ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਅੰਮ੍ਰਿਤ ਵੇਲੇ ਤੋਂ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀ ਅੰਦਰ ਸਤਿਗੁਰੂ ਦੇ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ ਆਓ ਸਤਿਗੁਰੂ ਜੀ ਕਿਰਪਾ ਕਰਨ। ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਜੀ ਇਸ ਸੰਸਾਰ 'ਤੇ ਆਏ ਔਰ ਉਹਨਾਂ ਵਹਿਮਾਂ ਭਰਮਾਂ ਦਾ ਖਾਤਮਾ ਕਰਨ ਲਈ ਆਏ ਅਤੇ ਜਿਵੇਂ ਗੁਰੂ ਸਾਹਿਬ ਜੀ ਆਏ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਪਣੇ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੁਝ ਪਾਵਨ ਬਚਨ ਔਰ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੇ ਕੁਝ ਜੋ ਸਤਿਗੁਰੂ ਜੀ ਦੀ ਬਾਲ ਲੀਲਾ ਹੈ ਇਤਿਹਾਸ ਦੇ ਵਿੱਚੋਂ ਕੁਝ ਕੁ ਉਦਾਹਰਨਾਂ ਦੀ ਆਪ ਜੀ ਨਾਲ ਸਾਂਝ ਪਾਉਣੀ ਹੈ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਤਾਂ ਕਿ ਵਿਚਾਰ ਗੁਰੂ ਸਾਹਿਬ ਦੀ ਭਾਵਨੀ ਦੇ ਅੰਦਰ ਰਹਿ ਕੇ ਕਰ ਸਕੀਏ। ਜਿਤਨੇ ਵੀ ਜੁੜ ਬੈਠੇ ਹੋ ਸਾਰੇ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਪਟਨਾ ਸਾਹਿਬ ਦੇ ਉਸ ਪਾਵਨ ਧਰਤੀ 'ਤੇ ਜਦੋਂ ਸੰਸਾਰ ਦੇ ਵਿੱਚ ਆਏ ਨੇ ਅਤੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਾਵਨ ਬਚਨ ਬਚਿੱਤਰ ਨਾਟਕ ਦੇ ਵਿੱਚ ਜਿਹੜੇ ਨੇ ਉਹ ਕਹੇ ਨੇ ਕਿ ਸਭ ਤੋਂ ਪਹਿਲੀ ਗੱਲ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਸ ਸੰਸਾਰ 'ਤੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਕਿਉਂਕਿ ਹੇਮਕੁੰਡ ਸਾਹਿਬ ਦੀ ਉਸ ਪਾਵਨ ਧਰਤੀ 'ਤੇ ਜਿੱਥੇ 7 ਚੋਟੀਆਂ ਨੇ
ਉੱਥੇ ਬੈਠ ਕੇ ਉਸ ਪਰਿਪੂਰਨ ਪਰਮਾਤਮਾ ਦੀ ਆਰਾਧਨਾ ਕਰਨ ਦੇ ਵਿੱਚ ਆਨੰਦ ਹੀ ਬੜਾ ਸੀ। ਪਰ ਕਹਿੰਦੇ ਜਦੋਂ ਉਸ ਪਰਮੇਸ਼ਰ ਨੇ, ਅਕਾਲ ਪੁਰਖ ਨੇ ਜਿਵੇਂ ਕਿਵੇਂ ਕਰਕੇ ਸਾਨੂੰ ਸਮਝਾਇਆ ਕਿ ਇਸ ਮਾਤ ਲੋਕ ਦੇ ਵਿੱਚ ਜਾਣਾ ਹੈ ਔਰ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਹਾਂ, ਤੇ ਇਸ ਕਰਕੇ ਭੇਜ ਰਿਹਾ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ ਹੈ, ਉਸ ਪੰਥ ਦਾ ਜਾ ਕੇ ਪ੍ਰਚਾਰ ਤੇ ਉਸ ਪੰਥ ਦਾ ਪ੍ਰਸਾਰ ਕਰਨਾ ਹੈ। ਔਰ ਜਿੰਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉੱਥੇ ਸਤਿਗੁਰੂ ਦੇ ਆਪਣੇ ਪਾਵਨ ਬਚਨ ਨੇ ਕਿ ਜਦੋਂ ਇਹ ਕਹਿ ਕੇ ਸਮਝਾਇਆ ਕਿ ਆਪਣਾ ਪੁੱਤਰ ਬਣਾ ਕੇ, ਪ੍ਰਚਾਰਕ ਬਣਾ ਕੇ ਸੰਸਾਰ ਦੇ ਵਿੱਚ ਭੇਜਣਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਦੁਸ਼ਟ ਦਮਨ ਦੇ ਰੂਪ ਵਿੱਚ ਉਦੋਂ ਦੋਵੇਂ ਹੱਥ ਜੋੜ ਕੇ ਮੈਂ ਉਸ ਅਕਾਲ ਪਿਤਾ ਦੇ ਸਾਹਮਣੇ ਖਲੋ ਗਿਆ ਤੇ ਇਹ ਬੇਨਤੀ ਕਹੀ ਸੀ ਕਿ ਇਹ ਪਰਮੇਸ਼ਰ, ਉਸ ਪੰਥ ਦਾ ਪ੍ਰਚਾਰ ਵੀ ਹੋਵੇਗਾ, ਪ੍ਰਸਾਰ ਵੀ ਹੋਵੇਗਾ, ਪਰ ਉਦੋਂ ਹੋਵੇਗਾ ਜਦੋਂ ਤੁਸੀਂ ਮੇਰੇ ਮਦਦਗਾਰ ਹੋਵੋਗੇ। ਉਹ ਸਤਿਗੁਰੂ ਦੇ ਆਪਣੇ ਪਾਵਨ ਬਚਨ ਨੇ ਜਿੱਥੇ ਕਹਿੰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੂ, ਤਪ ਸਾਧਤ ਜਿਹ ਬਿਧ ਮੋਹਿਆਨੂ, ਹੇਮਕੁੰਡ ਪਰਬਤ ਹੈ ਜਹਾਂ, ਸ਼ਬਦ ਸ੍ਰਿੰਗ ਸ਼ੋਭਤ ਹੈ ਤਹਾਂ। ਜਿੱਥੇ ਹੇਮਕੁੰਡ ਪਰਬਤ ਹੈ ਔਰ ਜਿੱਥੇ ਪਹਾੜਾਂ ਦੀਆਂ 7 ਚੋਟੀਆਂ ਸ਼ੋਭ ਰਹੀਆਂ ਨੇ, ਉੱਥੇ ਕਹਿੰਦੇ ਇਸ ਤਰੀਕੇ ਦੇ ਨਾਲ ਤਪੱਸਿਆ ਕਰਦੇ ਹੋਇਆ ਕਿ ਸਪਤ ਸ੍ਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਜਿਹ ਜੋਗ ਕਮਾਵਾ, ਤੈ ਹਮ ਅਦਕ ਤਪੱਸਿਆ ਸਾਧੇ, ਮਹਾਕਾਲ ਕਾਲ ਕਾ ਆਰਾਧੇ। ਤੇ ਕਿੰਨੇ ਕੁ ਤਪੱਸਿਆ ਸਾਧੀ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮੇਸ਼ਰ ਦੀ ਆਰਾਧਨਾ ਕਰਦੇ ਹੋਇਆਂ ਉਸ ਪਰਮੇਸ਼ਰ ਦਾ ਰੂਪ ਹੋ ਗਏ। ਤੇ ਬਿਦ ਅਦਿਕ ਤਪੱਸਿਆ ਸਾਧੇ, ਮਹਾਕਾਲ ਕਾਲ ਕਾ ਆਰਾਧੇ। ਕਹਿੰਦੇ ਇਹ ਬਿਦ ਕਰਤ ਤਪੱਸਿਆ ਭਇਓ, ਦੁਵੈ ਤੇ ਏਕ ਰੂਪ ਹੋਏ ਗਇਓ। ਹੁਣ ਜਦੋਂ ਦੁਵੈ ਤੇ ਏਕ ਰੂਪ ਹੋ ਗਏ, ਔਰ ਇਹ ਪਾਵਨ ਬਚਨ ਸਤਿਗੁਰੂ ਜੀ ਦੀ ਬਾਣੀ ਨੇ ਵੀ ਕਹੇ ਨੇ। ਭਗਤ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਉਸ ਰੱਬ ਨੂੰ ਜਪਦੇ ਹੋਈਏ, ਜਪਦੇ ਜਪਦੇ ਉਹਦਾ ਰੂਪ ਹੋ ਜਾਈਦਾ। ਦੁਵੈ ਤੇ ਏਕ ਰੂਪ ਹੋ ਗਇਓ। ਭਗਤ ਜੀ ਕਹਿੰਦੇ ਨੇ ਜਦੋਂ ਜਪਿਆ ਫਿਰ ਤੋਹੀ ਮੋਹੀ, ਮੋਹੀ ਤੋਹੀ, ਮੋਹੀ ਤੋਹੀ, ਤੋਹੀ ਮੋਹੀ। ਅੰਤਰ ਕੈਸਾ, ਉਹਦੇ ਵਿੱਚ ਫਿਰ ਫਰਕ ਰਹਿੰਦਾ ਨਹੀਂ। ਹੁਣ ਕਹਿੰਦੇ ਜਦੋਂ ਦੁਵੈ ਤੇ ਇੱਕ ਰੂਪ ਹੋ ਗਏ, ਤਿੰਨ ਪ੍ਰਭ ਜਬ ਆਏ ਸਮੋਹ ਕੀਆ, ਤਬ ਹਮ ਜਨਮ ਕਲੂ ਮਹਲੀਆ। ਤੇ ਆਇਸ ਕਰਨ ਤੋਂ ਪਹਿਲੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਕੱਲੀ ਤਪੱਸਿਆ ਅਸੀਂ ਨਹੀਂ ਕੀਤੀ। ਸਤਿਗੁਰੂ ਜੀ ਦਾ ਅੱਜ ਪ੍ਰਕਾਸ਼ ਹੈ, ਪ੍ਰਕਾਸ਼ ਤੋਂ ਪਹਿਲੋਂ ਉਹ ਬਚਨ ਕਰਦੇ ਨੇ ਕਿ ਤਾਤ ਮਾਤ ਮੁਰ ਅਲਖ ਆਰਾਧਾ। ਤਾਤ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਜੀ, ਮਾਤਾ ਗੁਜਰ ਕੌਰ ਜੀ। ਕਹਿੰਦੇ ਤਾਤ ਮਾਤ, ਮਾਤਾ ਨੇ ਵੀ ਬਹੁਤ ਹੀ ਆਰਾਧਨਾ ਕੀਤੀ। ਔਰ ਤੁਸੀਂ ਦੇਖੋ 3 ਦਹਾਕੇ ਤੋਂ ਵੱਧ ਦਾ ਸਮਾਂ ਵਿਆਹ ਤੋਂ ਬਾਅਦ ਘਰ ਦੇ ਵਿੱਚ ਔਲਾਦ ਨਾ ਹੋਵੇ। ਤੇ ਜੇ ਸੰਸਾਰਿਕ ਤੌਰ ਤੇ ਦੇਖੀਏ ਕਿ ਲੋਕ ਕਲਪ ਜਾਂਦੇ ਨੇ ਸਾਲ 2 ਸਾਲ ਬਾਅਦ ਹੀ, ਪਰ ਉਸ ਮਾਤਾ ਦੀ ਕਿੰਨਾ ਕੁ ਆਰਾਧਨਾ ਸੀ ਕਿ 30 ਸਾਲ ਤੋਂ ਉੱਤੇ ਦਾ ਸਮਾਂ, ਔਰ ਇੱਕ ਦਿਨ ਵੀ ਕਿਤੇ ਗੁਰੂ ਪਤੀ ਨੂੰ ਤੇ ਜਾਂ ਉਸ ਪਰਮੇਸ਼ਰ ਨੂੰ ਉਲਾਂਭਾ ਤੱਕ ਨਹੀਂ ਦਿੱਤਾ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਤਪੱਸਿਆ ਸਾਡੇ ਇਕੱਲਿਆਂ ਦੀ ਨਹੀਂ। ਤਾਤ ਮਾਤ ਮੁਰ ਅਲਖ ਆਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ। ਤਾਤੇ ਪ੍ਰਸੰਨ ਭਏ ਗੁਰਦੇਵਾ। ਉਹਨਾਂ ਦੇ ਮਾਤਾ ਪਿਤਾ ਦੀ ਤਪੱਸਿਆ ਤੋਂ ਪ੍ਰਸੰਨ ਹੋਏ। ਕਹਿੰਦੇ ਜਦੋਂ ਪ੍ਰਸੰਨ ਹੋਏ ਤੇ ਇਸ ਸੰਸਾਰ ਤੇ ਫਿਰ ਭੇਜਿਆ।
ਤਾਂ ਤੇ ਪ੍ਰਸੰਨ ਭਏ ਗੁਰਦੇਵਾ ਤੇ ਪ੍ਰਭ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮਹਿਲੀਆ। ਕਹਿੰਦੇ ਉਦੋਂ ਸਾਡਾ ਜਨਮ ਇਸ ਕਲਯੁਗ ਦੇ ਵਿੱਚ ਹੋਇਆ, ਪਰ ਆਉਣ ਤੋਂ ਪਹਿਲੋਂ ਕਹਿੰਦੇ ਨੇ ਚਿਤਨਾ ਭਇਓ ਹਮਰੋ ਆਵਣ ਕੈ ਚੁਬੇ ਰਹੇ ਸੁਰਤ ਪ੍ਰਭ ਚਰਨਨ ਮੈਂ। ਹੁਣ ਦੇਖੋ ਇਹ ਸਤਿਗੁਰੂ ਜੀ ਦੇ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲੋਂ ਦੇ ਇਹ ਕਹਿ ਲਏ ਕਿ ਉਹਨਾਂ ਦੇ ਪਿਛਲੇ ਜਨਮ ਦੇ ਇਹ ਕਾਰਨਾਮੇ ਨੇ, ਉਹਨਾਂ ਦੀ ਭਗਤੀ ਹੈ, ਬੰਦਗੀ ਹੈ, ਇਹਦੇ ਨਾਲ ਜੋੜਿਆ ਜਾਂਦਾ ਹੈ। ਔਰ ਬਹੁਤ ਸਾਰੇ ਕਹਿੰਦੇ ਨੇ ਕਿ ਪਿਛਲੇ ਜਨਮ ਤੋਂ ਅਸੀਂ ਲੈਣਾ ਦੇਣਾ ਕੀ ਹੈ। ਮੈਂ ਕਹਿੰਦਾ ਜੇ ਪਿਛਲੇ ਜਨਮ ਨਾਲ ਨਾਮ ਵੀ ਜੋੜੀਏ, ਜੇ ਸਤਿਗੁਰੂ ਜੀ ਕਹਿੰਦੇ ਨੇ ਚੁੱਭੇ ਰਹੇ ਸੁਰਤ ਪ੍ਰਭ ਚਰਨਨ ਮੈਂ, ਇਸ ਜਨਮ ਦੇ ਵਿੱਚ ਵੀ 42 ਸਾਲ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਕਦੇ ਝਾਤੀ ਮਾਰੋ ਕਿ ਇੱਕ ਪਲ ਵਾਸਤੇ ਵੀ ਉਹਨਾਂ ਦੀ ਚੁੱਭੀ ਹੋਈ ਸੁਰਤ ਸਾਈਂ ਦੇ ਚਰਨਾਂ ਨਾਲੋਂ ਕਦੇ ਟੁੱਟੀ ਥੋੜੀ ਹੈ, ਕਿਉਂਕਿ ਚੁੱਭੀ ਹੋਈ ਸੁਰਤੀ ਹੈ ਨਾ ਜੀ ਕਿ ਪਿਤਾ ਦਾ ਕੱਲਾ ਸੀਸ ਹੀ ਆਵੇ, ਆਪਣੇ ਹੱਥੀਂ ਮੁਸਕਰਾਉਂਦੇ ਹੋਏ ਸੰਸਕਾਰ ਕਰ ਦੇਣਾ। ਇਹ ਚੁੱਭੀ ਹੋਈ ਸੁਰਤ ਸੀ ਨਾ ਕਿ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਨਿਕਲਦੇ ਨੇ ਤੇ ਕਹਿੰਦੇ ਭਾਈ ਦਇਆ ਸਿੰਘ ਜੇ ਕੱਪੜਾ ਪਾਉਣਾ ਫਿਰ ਸਾਰਿਆਂ ਤੇ ਪਾਈ। ਇਹ ਚੁੱਭੀ ਹੋਈ ਸੁਰਤ ਤੋਂ ਬਿਨਾਂ ਕੋਈ ਦੂਸਰਾ ਕਰ ਨਹੀਂ ਸਕਦਾ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਕਿ ਚੁੱਭੇ ਰਹੀ ਸੁਰਤ ਪ੍ਰਭ ਚਰਨਨ ਮੈਂ, ਚਿੱਤ ਨਹੀਂ ਸੀ ਕਰਦਾ ਕਿਉਂਕਿ ਸੁਰਤ ਚੁੱਭੀ ਹੋਈ ਸੀ। ਚਿਤ ਨਾ ਪਇਓ ਹਮਰੋ ਆਵਣ ਕੈ ਚੁੱਭੇ ਰਹੀ ਪ੍ਰਭ ਸੁਰਤ ਪ੍ਰਭ ਚਰਨਨ ਮੈਂ। ਉੱਥੇ ਕਹਿੰਦੇ ਜਿਉਂ ਤਿਉਂ ਪ੍ਰਭ ਮੋਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ। ਤੇ ਕੀ ਸਮਝਾਇਆ ਜੀ? ਕਹਿੰਦੇ ਉਸ ਅਕਾਲ ਪੁਰਖ ਨੇ ਕਿਹਾ ਕਿ ਮੈਂ ਆਪਣਾ ਸਤ ਤੋਹੇ ਨਵਾਜਾ ਪੰਥ ਪਰਚਰ ਕਰਬੇ ਕੋ ਸਾਜਾ। ਉਹ ਪੰਥ ਜਿਹੜਾ ਨਿਰਮਲ ਪੰਥ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ, ਉਸ ਪੰਥ ਨੂੰ ਪਰਚਰ ਉਹਦਾ ਪ੍ਰਚਾਰ ਕਰਨ ਲਈ ਭੇਜਣ ਲੱਗਿਆ, ਆਪਣਾ ਪੁੱਤਰ ਬਣਾ ਕੇ ਭੇਜਣ ਲੱਗਿਆ। ਉੱਥੇ ਸਤਿਗੁਰੂ ਜੀ ਆਪਣੇ ਪਾਵਨ ਬਚਨ ਨੇ, ਕਹਿੰਦੇ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਕਿ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦੇ ਸਾਹਮਣੇ ਖਲੋ ਗਿਆ ਤੇ ਇਹ ਬੇਨਤੀ ਸਿਰ ਝੁਕਾ ਕੇ ਕੀਤੀ ਕਿ ਜਦੋਂ ਰੱਬ ਨੇ ਸਮਝਾਇਆ, ਇਹ ਕਿਹਾ ਕਿ ਜਹਾਂ ਕਹਾਂ ਤੁਮ ਧਰਮ ਚਲਾਏ ਕੁਬੱਧ ਕਰਨ ਤੇ ਲੋਕ ਹਟਾਏ। ਕਹਿੰਦੇ ਫਿਰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਪੰਥ ਚਲਾਏ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਹਾਇਤਾ ਕਰੋਗੇ, ਮਦਦਗਾਰ ਹੋਵੋਗੇ, ਇਹ ਪੰਥ ਜ਼ਰੂਰ ਚੱਲੇਗਾ। ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਵਿੱਚ ਆਉਣਾ ਹੈ ਤੇ ਦੇਖੋ ਜਿਹੜੇ ਸੰਸਾਰ ਤੇ ਆਉਣਾ ਹੈ, ਜਿਹੜੀ ਧਰਤੀ ਤੇ ਆਉਣਾ ਹੈ, ਇਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਨੇ। ਔਰ ਏਡੇ ਮਹਾਂਪੁਰਖ ਨੇ, ਏਡੇ ਮਹਾਂਬਲੀ ਨੇ ਸੰਸਾਰ ਤੇ ਆਉਣਾ ਹੋਵੇ ਤੇ ਫਿਰ ਜ਼ਰੂਰੀ ਕਿ ਉਹ ਧਰਤੀ ਕਿਹੋ ਜਿਹੀ ਹੈ ਜਿਹੜੀ ਧਰਤੀ ਤੇ ਆਉਣਾ ਹੈ। ਉਹ ਮਾਤਾ ਜਿਹੜੀ ਮਾਤਾ ਦੇ ਕੁੱਖ ਤੋਂ ਜਨਮ ਲੈਣਾ ਹੈ, ਅਵਤਾਰ ਲੈਣਾ ਹੈ ਜਾਂ ਆਗਮਨ ਹੋਣਾ ਹੈ, ਉਹ ਮਾਤਾ ਕਿੰਨੇ ਧੰਤਾਂ ਦੇ ਯੋਗ ਹੈ। ਉਹ ਪਿਤਾ ਕਿੰਨੇ ਕੁ ਵੱਡੇ ਭਾਗਾਂ ਵਾਲੇ ਤੇ ਕਿੰਨੇ ਕੁ ਧੰਤਾਂ ਦੇ ਯੋਗ ਹੋਣਗੇ ਜਿੰਦਾ ਪੁੱਤਰ ਬਣ ਕੇ ਆਉਣਾ ਹੈ। ਇਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨ ਨੇ ਕਿ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਕਿ ਸੁਰਤ ਆਪਣੀ ਉਸ ਪਟਨਾ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ, ਕਿੰਨੀ ਕੁ ਹਰੀ ਭਰੀ ਭਾਗਾਂ ਵਾਲੀ ਹੋਵੇਗੀ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ। ਹੁਣ ਉਹ ਜੰਤ ਜਿਹੜੇ ਨੇ ਕਿਹੜੇ ਨੇ ਜਿਨ੍ਹਾਂ ਨੇ ਜਾ ਕੇ ਦੇਖਿਆ। ਦੇਖੋ ਕੜਾਮ ਦੀ ਧਰਤੀ ਕਿੱਥੇ 1200-1300 ਕਿਲੋਮੀਟਰ ਤੋਂ ਪਟਨਾ ਸਾਹਿਬ ਹੈ। ਉਹ ਜੰਤ, ਉਹ ਭੇਖਣ ਸ਼ਾਹ ਜੀ ਵਰਗੇ, ਉਹ ਦੇਖੋ ਕਿੰਨੇ ਕੁ ਧੰਤਾ ਯੋਗ ਨੇ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੇ ਵਿੱਚ ਪ੍ਰਕਾਸ਼ ਉਹਨਾਂ ਦਾ ਹੋਣਾ ਹੈ।
ਤੇ इधर ਭੇਖਣ ਸ਼ਾਹ ਕਹਿੰਦੇ ਨੇ ਕੜਾਮ ਦੀ ਧਰਤੀ ਤੇ ਜਿਹੜੇ ਰੋਜ਼ ਪੰਜੇ ਵਕਤ ਲਹਿੰਦੇ ਵੱਲ ਮੂੰਹ ਕਰਕੇ ਨਵਾਜ਼ ਪੜ੍ਹਦੇ ਨੇ, ਅੱਜ ਜਦੋਂ ਪ੍ਰਕਾਸ਼ ਹੋਣਾ ਹੈ ਉਸ ਤੋਂ ਪਹਿਲੋਂ ਇਹ ਭੇਖਣ ਸ਼ਾਹ ਜੀ ਪੂਰਬ ਵਾਲੇ ਪਾਸੇ ਮੂੰਹ ਕਰਕੇ ਨਵਾਜ਼ ਪੜ੍ਹਦੇ ਨੇ। ਔਰ ਚੇਲਿਆਂ ਨੇ ਸਵਾਲ ਵੀ ਕੀਤੇ ਸਨ ਕਿ ਮੁਸਲਮਾਨ ਜਿਹੜੇ ਨੇ ਉਹ ਸਮਝਦੇ ਨੇ ਕਿ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ। ਉਹ ਸਮਝਦੇ ਨੇ ਕਿ ਜਿਹੜਾ ਅੱਲਾ ਹੈ ਉਹ ਪੱਛਮ ਵਾਲੇ ਪਾਸੇ ਹੀ, ਹੋਰ ਕਿਸੇ ਪਾਸੇ ਨਹੀਂ। ਚੇਲਿਆਂ ਨੇ ਸਵਾਲ ਵੀ ਕੀਤਾ ਸੀ ਕਿ ਅੱਜ ਤੱਕ ਮੁਸਲਮਾਨ ਅੱਜ ਵੀ ਨਵਾਜ਼ ਪੜ੍ਹਦੇ ਨੇ ਪੱਛਮ ਵਾਲੇ ਪਾਸੇ ਮੂੰਹ ਕਰਕੇ ਪੜ੍ਹਦੇ ਨੇ ਕਿ ਇਹ ਭੇਖਣ ਸ਼ਾਹ ਨੂੰ ਹੋ ਕੇ ਗਿਆ। ਚੇਲਿਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹਦੇ ਦਿਮਾਗ 'ਚ ਫਰਕ ਤਾਂ ਨਹੀਂ ਪੈ ਗਿਆ, ਕਿਉਂਕਿ ਉਹ ਕੱਟੜਪੰਥੀ ਜਿਹੜੇ ਨੇ ਉਹ ਦੂਸਰੇ ਪਾਸੇ ਮੂੰਹ ਕਰਕੇ ਨਵਾਜ਼ ਪੜ੍ਹ ਹੀ ਨਹੀਂ ਸਕਦੇ ਕਿ ਅੱਜ ਪੂਰਬ ਵਾਲੇ ਪਾਸੇ ਸਿਜਦੇ ਕਰਦੇ ਹੋ। ਉੱਥੇ ਭੇਖਣ ਸ਼ਾਹ ਨੇ ਕਿਹਾ ਸੀ ਕਿ ਤੁਸੀਂ ਪੱਛਮ ਵਾਲੇ ਪਾਸੇ ਜਿਹੜੀ ਨਵਾਜ਼ ਪੜ੍ਹ ਕੇ ਸਿਜਦਾ ਕਰਦੇ ਹੋ ਤੇ ਕਰਦੇ ਕਿਹਨੂੰ ਹੋ? ਕਹਿੰਦੇ ਉਸ ਖੁਦਾ ਦੇ ਘਰ ਨੂੰ, ਮੱਕਾ ਉਸ ਪਾਸੇ ਹੈ ਨਾ, ਕਹਿੰਦੇ ਖੁਦਾ ਦੇ ਘਰ ਨੂੰ ਕਰਨੇ ਹੈ। ਭੇਖਣ ਸ਼ਾਹ ਨੇ ਉਦੋਂ ਕਿਹਾ ਸੀ ਕਿ ਦੇਖੋ ਤੁਸੀਂ ਖੁਦਾ ਦੇ ਘਰ ਨੂੰ ਨਮਸਕਾਰ ਕਰਦੇ ਜੇ, ਪਰ ਉਹ ਜਿੰਦਾ ਘਰ ਹੈ ਨਾ ਉਹ ਘਰ ਵਾਲਾ ਹੀ ਅੱਜ ਪੂਰਬ ਵਾਲੇ ਪਾਸੇ ਆ ਗਿਆ ਹੈ। ਅੱਜ ਉਹ ਪੂਰਬ ਵਾਲੇ ਪਾਸੇ ਆ ਗਿਆ, ਮੈਂ ਉਹ ਮਾਲਕ ਨੂੰ ਹੁਣ ਸਿਜਦਾ ਕਰਾਂ ਕਿ ਉਹਦੇ ਘਰ ਨੂੰ ਕਰਾਂ? ਘਰ ਵੱਡਾ ਕਿ ਮਾਲਕ ਵੱਡਾ ਹੈ? ਹੁਣ ਸਤਿਗੁਰੂ ਦੇ ਪਾਵਨ ਬਚਨ ਨੇ ਕਿ ਸਾ ਧਰਤੀ ਭਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਦੇਖੋ ਸਤਿਗੁਰੂ ਜੀ ਨੇ ਪਟਨਾ ਸਾਹਿਬ ਦੇ ਵਿੱਚ ਆਉਣਾ ਹੈ ਤੇ ਧੰਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੇ ਘਰ 33 ਸਾਲ ਤੋਂ ਤਕਰੀਬਨ 33 ਸਾਲ ਤੋਂ ਬਾਅਦ ਆਨੰਦ ਕਾਰਜਾਂ ਤੋਂ ਬਾਅਦ ਘਰ ਦੇ ਵਿੱਚ ਪੁੱਤਰ ਨੇ ਆਉਣਾ ਹੈ। ਉਹ ਕਿੰਨੇ ਧੰਨ ਨੇ ਕਿ ਆਪ ਸਤਿਗੁਰੂ ਜੀ ਉੱਥੋਂ ਅੱਗੇ ਦੀਨ ਦੁਨੀਆ ਦੇ ਮਾਲਕ, ਦੁਨੀਆ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਅਸਾਮ ਵੱਲ ਨੂੰ ਚਲੇ ਜਾਂਦੇ ਨੇ। ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਕਿਸੇ ਦੇ ਹੰਝੂ ਪੂੰਝਣ ਵਾਸਤੇ, ਇਸ ਹਿੰਦੁਸਤਾਨ ਦੀ ਪੱਤ ਢੱਕਣ ਦੇ ਵਾਸਤੇ ਆਪਣੇ ਸਿਰ ਦੀ ਚਾਦਰ ਦੇ ਦਿੰਦੇ ਨੇ। ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਧੰਨ ਧੰਨ ਪਿਤਾ। ਫਿਰ ਸਤਿਗੁਰੂ ਜੀ ਦੇ ਬਚਨ ਨੇ ਧੰਨ ਧੰਨ ਕੁਲ। ਹੁਣ ਉਹ ਕੁਲ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੀ, ਜਿਹੜੇ ਸਤਿਗੁਰੂ ਜੀ 30 ਰਾਗਾਂ ਦੇ ਵਿੱਚ ਬਾਣੀ ਨੂੰ ਉਚਾਰਨ ਕਰਦੇ ਨੇ। ਉਸ ਕੁਲ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੇਵਲ ਰਾਗਾਂ ਦੇ ਵਿੱਚ ਬਾਣੀ ਹੀ ਉਚਾਰਨ ਨਹੀਂ ਕਰਦੇ, ਉਹਨਾਂ ਨੂੰ ਕੇਵਲ ਗਿਆਨ ਦਾ ਪੁੰਜ ਨਹੀਂ ਕਿਹਾ ਗਿਆ, ਉਹਨਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਹ ਗਿਆਨ ਦੇ ਪੁੰਜ ਨੇ ਜਿਵੇਂ ਸ਼ਹੀਦੀ ਦੇਣੀ ਹੈ, ਸ਼ਹੀਦਾਂ ਦਾ ਸਰਤਾਜ ਵੀ ਉਹਨਾਂ ਨੇ ਖਵਾਇਆ, ਉਹ ਧੰਨ ਇਸ ਕਰਕੇ ਨੇ। ਧੰਨ ਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਦਾਦਾ ਜੀ, ਉਹ ਮਹਾਨ ਨੇ ਕਿ ਜਿਨ੍ਹਾਂ ਨੇ 2 ਤਲਵਾਰਾਂ ਪਾਈਆਂ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਉੱਥੇ ਕਹਿੰਦੇ ਨੇ ਚੱਲੇ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੇ। ਧੰਨ ਧੰਨ ਕੁਲ, ਪਿਤਾ ਧੰਨ ਹੈ, ਦਾਦਾ ਧੰਨ ਹੈ, ਪੜਦਾਦਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹ ਧੰਨ ਨੇ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਪੀੜੀ ਚੱਲੀ ਉਹ ਧੰਨ ਨੇ। ਹੁਣ ਦੇਖੋ ਸਭ ਤੋਂ ਪਹਿਲੇ ਸਾ ਧਰਤੀ ਪਈ ਹਰਿਆਵਲੀ, ਪਟਨਾ ਸਾਹਿਬ ਦੀ ਧਰਤੀ ਉਹ ਪਹਿਲੋਂ ਵੀ ਹਰਿਆਵਲੀ ਹੈ, ਕਿਉਂਕਿ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਥਾਂ ਤੇ ਜਾ ਕੇ ਪਹਿਲੋਂ ਵੀ ਬੈਠੇ ਨੇ। ਜਦੋਂ ਇਸੇ ਸ਼ਹਿਰ ਨੂੰ ਜਦੋਂ ਪਾਟਲੀ ਪੁੱਤਰ ਕਿਹਾ ਜਾਂਦਾ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਇਸ ਥਾਂ ਤੇ ਗਏ ਸਨ ਤੇ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ
क्या कीमती हीरा लै जा, इहदे बदले कुछ ना कुछ लैके आई। उत्थे सालसराय जिहड़ा जोहरी है, ਜਿਹੜੇ ਹੀਰੇ ਦੇ ਬਦਲੇ ਕੋਈ 2 ਮੂੜੀਆਂ ਦਿੰਦਾ ਸੀ, ਕੋਈ ਗੱਜ ਕੱਪੜਾ ਦਿੰਦਾ ਸੀ। ਉਹਨੇ ਕੇਵਲ ਇਕੱਲੇ ਹੀਰੇ ਦੀ ਪਰਖ ਨਹੀਂ ਕੀਤੀ, 100 ਰੁਪਇਆ ਤੇ ਸਿਰਫ ਦਰਸ਼ਨੀ ਭੇਟਾ ਦਿੱਤੀ ਸੀ ਕਿ ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਉਹਨੇ ਅਸਲ ਵਿੱਚ ਅੰਦਰ ਦੇ ਉਸ ਨਾਮ ਦੇ ਰਤਨ ਦੇ ਵੀ ਪਰਖ ਕੀਤੀ ਔਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ ਸੀ। ਗੁਰੂ ਸਾਹਿਬ ਨੇ ਜਿੱਥੇ ਜੀ ਦਾਨ ਦਿੱਤਾ, ਨਾਮਦਾਨ ਦਿੱਤਾ, ਤੇ ਜਦੋਂ ਜਾਣ ਲੱਗੇ ਸਨ ਉੱਥੇ ਗੁਰੂ ਸਾਹਿਬ ਨੇ ਇੱਕ ਖੇਡ ਹੋਰ ਵਰਤਾਈ। ਅੱਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ, ਸ਼ਬਦ ਵਰਤਿਆ ਜਾਂਦਾ ਕਿ ਆਪੇ ਗੁਰ ਚੇਲਾ। ਗੁਰੂ ਚੇਲੇ ਦੀ ਮਰਿਆਦਾ ਸ਼ੁਰੂ ਕੀਤੀ, ਪਰ ਅਸਲ ਵਿੱਚ ਗੁਰੂ ਚੇਲੇ ਦੀ ਮਰਿਆਦਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਪਾਟਲੀ ਪੁੱਤਰ ਉਸ ਧਰਤੀ ਤੋਂ, ਉਸ ਪਟਨਾ ਸਾਹਿਬ ਦੀ ਧਰਤੀ ਤੋਂ ਉੱਧਰੋਂ ਸ਼ੁਰੂ ਕਰਕੇ ਆਏ ਸਨ। ਸਾਲਸਰਾਏ ਜਿਹੜਾ ਕਹਿੰਦਾ ਹੈ ਕਿ ਨਾਮਦਾਨ ਬਖਸ਼ੋ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਦੇਖ ਚਾਹੁੰਦਾ ਕੁਝ ਮਿਲੇ ਤੇ ਫਿਰ ਆਪਣੇ ਚੇਲੇ, ਆਪਣੇ ਨੌਕਰ ਇਸ ਅਧਰਕੇ ਦੇ ਪੈਰਾਂ ਵਿੱਚ ਨਮਸਕਾਰ ਕਰ, ਇੱਥੋਂ ਸਾਰਾ ਕੁਝ ਮਿਲੇਗਾ। ਉਹ ਚੇਲਾ ਸੀ, ਨੌਕਰ ਸੀ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਤੇ ਗੁਰੂ ਕੇ ਸਿੱਖਾਂ ਨੇ ਬਾਣੀ ਵਿੱਚ ਵੀ ਉਚਾਰਨ ਕੀਤੇ ਨੇ ਕਿ ਗੁਰ ਚੇਲੇ ਰਹਿ ਰਾਸ ਕੇ ਨਾਨਕ ਸਲਾਮਤ ਥੀਮਦਾ। ਜਦੋਂ ਗੁਰੂ ਚੇਲੇ ਦੀ ਮਰਿਆਦਾ ਉੱਥੋਂ ਤੋਂ ਸ਼ੁਰੂ ਕੀਤੀ, ਆਪ ਜਦੋਂ ਜੋਤੀ ਜੋਤ ਸਮਾਉਂਦੇ ਨੇ, ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ, ਨਮਸਕਾਰ ਕਰਦੇ ਨੇ। ਔਰ ਦੁਨੀਆ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ ਕਿ ਕੋਈ ਗੁਰੂ ਆਪਣੇ ਚੇਲੇ ਦਾ ਚੇਲਾ ਬਣ ਜਾਏ ਤੇ ਚੇਲਾ ਗੁਰੂ ਬਣ ਜਾਏ। ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਉਦਾਹਰਨਾਂ ਮਿਲਦੀਆਂ ਨੇ, ਜਦੋਂ ਇਤਿਹਾਸ ਪੜ੍ਹੀਏ ਉਦਾਹਰਨਾਂ ਮਿਲਦੀਆਂ ਨੇ। ਕ੍ਰਿਸ਼ਨ ਜੀ ਬਿਦਰ ਦੇ ਕੋਲ ਤੇ ਜਾਂਦੇ ਨੇ, ਉਹਨੂੰ ਵਡਿਆਈ ਤੇ ਜ਼ਰੂਰ ਦਿੰਦੇ ਨੇ ਕਿ ਮੇਰਾ ਦਾਸ ਹੈ, ਪਰ ਉਹ ਅੱਜ ਤੱਕ ਵੀ ਹੈ ਦਾਸ ਹੀ, ਕਿਉਂ ਕ੍ਰਿਸ਼ਨ ਜੀ ਭਗਵਾਨ ਨੇ, ਉਹ ਭਗਵਾਨ ਰਹੇ, ਉਹ ਦਾਸ ਹੀ ਰਿਹਾ। ਸਤਿਕਾਰ ਭਾਵੇਂ ਜਿੰਨਾ ਵੀ ਦਿੱਤਾ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਉਹ ਆਪੇ ਗੁਰ ਚੇਲਾ, ਅਸਲ ਵਿੱਚ ਗੁਰ ਚੇਲੇ ਵਾਲੀ ਮਰਿਆਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਟਨਾ ਸਾਹਿਬ ਦੀ ਧਰਤੀ ਤੋਂ ਸ਼ੁਰੂ ਕਰ ਦਿੱਤੀ ਸੀ। ਉਹੀ ਸਾਲਸਰਾਏ ਜੋਹਰੀ ਹੈ ਜਿਹੜਾ ਕਹਿੰਦਾ ਸੀ ਸਤਿਗੁਰੂ ਜੀ ਥੋੜ੍ਹੇ ਦਿਨ ਹੋਰ ਰੁਕ ਜਾਓ, ਸੇਵਾ ਕਰ ਲਵਾਂ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਤੋਂ ਬਚਨ ਕਹੇ ਸਨ, ਸਾਲਸਰਾਏ ਥੋੜ੍ਹੇ ਦਿਨ ਨਹੀਂ, ਅਸੀਂ ਆਵਾਂਗੇ ਔਰ ਕਈ ਸਾਲ ਤੇਰੇ ਇਸ ਹਵੇਲੀ ਦੇ ਵਿੱਚ ਰਹਿ ਕੇ ਜਾਵਾਂਗੇ, 10ਵੇਂ ਜਾਮੇ ਵਿੱਚ ਆਵਾਂਗੇ, ਭਾਵੇਂ ਤੂੰ ਸ਼ਰੀਰ ਕਰਕੇ ਨਹੀਂ ਹੋਏਗਾ। ਔਰ ਅੱਜ ਇਹ ਜਿਹੜਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ, ਉਹ ਉਸ ਸਾਲਸਰਾਏ ਜੋਹਰੀ ਦੀ ਹਵੇਲੀ ਹੈ ਕਿ ਕਈ ਸਾਲ ਨੇ ਗੁਰੂ ਸਾਹਿਬ ਜੀ ਉੱਥੇ ਆਏ ਤੇ ਫਿਰ ਰਹਿ ਹੀ ਉੱਥੇ ਗਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹਨਾਂ ਨੇ ਪਟਨਾ ਸਾਹਿਬ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਣਾ ਹੈ। ਉਹ ਧਰਤੀ ਹਰਿਆਵਲੀ ਹੈ, ਉਹ ਪਿਤਾ ਧੰਨ ਹੈ, ਉਹ ਕੁੱਲ ਧੰਨ ਹੈ। ਤੇ ਅਗਲਾ ਪਾਵਨ ਬਚਨ ਕਿਹਾ, ਧੰਨ ਧੰਨ ਜਨਨੀ ਜਿਨ ਗੁਰੂ ਜਣਿਆ ਮਾਏ। ਜਿੱਥੇ ਗੁਰੂ ਸਾਹਿਬ ਜੀ ਆਪ ਕਹਿੰਦੇ ਨੇ ਤਾਤ ਮਾਤ ਮੁਰ ਅਲਖ ਆਰਾਧਾ, ਉੱਥੇ ਸਤਿਗੁਰੂ ਜੀ ਬਾਣੀ ਕਹਿੰਦੇ ਕਿ ਉਹ ਮਾਂ ਕਿੰਨੀ ਧਨਤਾਂ ਦੇ ਯੁੱਗ ਹੈ ਕਿ ਜਿਹੜੀ ਮਾਂ ਦੇ ਕੁੱਖ ਦੇ ਵਿੱਚੋਂ ਏਡੇ ਮਹਾਂਬਲੀ ਗੁਰੂ ਨੇ ਸੰਸਾਰ ਵਿੱਚ ਆਉਣਾ ਹੈ। ਮਾਤਾ ਗੁਜਰੀ ਜੀ, ਉਹਨਾਂ ਦੀ ਤਪੱਸਿਆ 32-33 ਸਾਲ ਤੋਂ ਬਾਅਦ ਇਸ ਸੰਸਾਰ ਦੇ ਵਿੱਚ ਆਉਣਾ ਹੈ ਔਰ ਇੱਥੇ ਸਤਿਗੁਰੂ ਜੀ ਨਾਲ ਹੀ ਕਿਰਪਾ ਕਰਦੇ ਨੇ। ਇਹ ਸਾਰੇ ਤੇ ਧੰਨ ਨੇ, ਕਹਿੰਦੇ ਫਿਰ ਧੰਨ ਧੰਨ ਗੁਰੂ, ਗੁਰੂ ਆਪ ਵੀ ਧੰਨ ਹੈ। ਔਰ ਜੋ ਕੁਛ ਗੁਰੂ ਸਾਹਿਬ ਜੀ ਨੇ ਕਰ ਦਿੱਤਾ 42 ਸਾਲ ਦੇ ਵਿੱਚ, ਪਹਿਲੋਂ ਬੇਨਤੀ ਕੀਤੀ, ਉਹ ਸੰਸਾਰ ਵਿੱਚ ਅੱਜ ਤੱਕ ਨਾ ਤੇ ਕੋਈ ਕਰ ਸਕਿਆ, ਨਾ ਕਿਸੇ ਨੇ ਕਰ ਸਕਣਾ ਹੈ। ਜਦੋਂ ਭੇੜ ਬਣੇ, ਭਾਵੇਂ ਕੋਈ ਕਿੰਨਾ ਧਰਮੀ ਅਖਵਾਏ, ਸਭ ਤੋਂ ਪਹਿਲੋਂ ਆਪਣਾ ਪਰਿਵਾਰ, ਆਪਣੇ ਬੱਚੇ ਬਚਾਉਂਦਾ ਹੈ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਭ ਤੋਂ ਪਹਿਲੋਂ ਆਪਣੇ ਪਿਤਾ ਨੂੰ ਭੇਜਦੇ ਨੇ ਕਿ ਦੁਨੀਆ ਦੇ ਬੱਚੇ ਬਚ ਜਾਣ, ਮਾਵਾਂ ਦੀਆਂ ਕੁੱਖਾਂ ਨਾ ਉਜੜਨ, ਮੈਂ ਅਨਾਥ ਹੋ ਜਾਵਾਂ ਪਰ ਲੱਖਾਂ ਜਿਹੜੇ ਨੇ ਅਨਾਥ ਹੋਣੋਂ ਬਚ ਜਾਣ। ਉਸ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਆਉਣਾ ਹੈ। ਇਹ ਧਰਤੀ ਜਿਹੜੀ ਹੈ
ਕਿੰਨੀ ਕੁ ਭਾਗਾਂ ਵਾਲੀ ਹੈ ਔਰ ਇਸ ਧਰਤੀ 'ਤੇ ਆਉਣ ਤੋਂ ਪਹਿਲਾਂ ਜਿੱਥੇ ਗੁਰੂ ਸਾਹਿਬ ਜੀ ਆਪ ਕਿਰਪਾ ਕਰਦੇ ਨੇ। ਬਾਣੀ ਦੇ ਵਿੱਚ ਇਤਿਹਾਸ ਅਸੀਂ ਪੜ੍ਹਦੇ ਹਾਂ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ 6ਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਸੀ 7ਵੇਂ ਪਾਤਸ਼ਾਹ ਜੀ ਨੂੰ, ਗੁਰੂ ਹਰਿਰਾਏ ਸਾਹਿਬ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਆਪਣੇ ਪਤੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਸਨ ਕਿ ਮੇਰੇ ਪੁੱਤਰ ਤੇਗ ਬਹਾਦਰ ਦਾ ਕੀ ਹੋਵੇਗਾ, ਕਿ ਇਹਨਾਂ ਦਾ ਸੁਭਾਅ ਜਿਹੜਾ ਬਹੁਤਾ ਭੋਲਾ ਹੈ, ਇਹ ਲੋਕਾਂ ਦੇ ਨਾਲ ਮਿਲਦੇ ਜੁਲਦੇ ਕੋਈ ਨਹੀਂ, ਮਸੰਦਾਂ ਦੇ ਨਾਲ ਜਾਣ ਪਛਾਣ ਇਹਨਾਂ ਦੀ ਕੋਈ ਨਹੀਂ, ਇਹਨਾਂ ਦਾ ਗੁਜ਼ਾਰਾ ਚੱਲੇਗਾ ਕਿਵੇਂ। ਉੱਥੇ 6ਵੇਂ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ ਸੀ ਕਿ ਨਾਨਕੇ ਜੀ ਦੇਖ ਇਹਨਾਂ ਦਾ ਤੁਸੀਂ ਕਹਿੰਦੇ ਹੋ ਗੁਜ਼ਾਰਾ, ਇਹਨਾਂ ਜੋ ਕੁਛ ਸੰਸਾਰ ਦੇ ਵਿੱਚ ਕਰ ਜਾਣਾ ਹੈ ਨਾ, ਉਹ ਦੁਨੀਆ ਦੇ ਵਿੱਚ ਨਾ ਕਿਸੇ ਨੇ ਕੀਤਾ ਹੈ ਤੇ ਨਾ ਕਰਨਾ। ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਾਵਨ ਬਚਨ ਬਾਣੀ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਕਹੇ ਵੀ ਨੇ ਕਿ ਤੇਗ ਬਹਾਦਰ ਸੀ ਕਿਰਿਆ ਕਰੇ ਨਾ ਕਿਨਹੂ ਆਨ, ਨਾ ਕਿਸੇ ਕਰਨੀ ਤੇ ਨਾ ਕੋ ਕਰੇਗਾ। ਉੱਥੇ 6ਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਗੁਰਤਾ ਗੱਦੀ ਤੇ ਬੈਠਣਗੇ, ਸਮਾਂ ਆਏਗਾ ਬੈਠਣਗੇ, ਔਰ ਉਹ ਸਮਾਂ ਆਪ ਜੀ ਜਾਣਦੇ ਹੋ। 8ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ ਬਾਬਾ ਬੱਸੇ ਗ੍ਰਾਮ ਬਕਾਲੇ, ਔਰ ਇਸ ਬਕਾਲੇ ਦੀ ਧਰਤੀ ਤੇ 27 ਸਾਲ ਜਿੱਥੇ ਗੁਰੂ ਸਾਹਿਬ ਜੀ ਆਪ ਉਸ ਅਲੱਖ ਦੀ ਆਰਾਧਨਾ ਕਰਦੇ ਨੇ, ਉੱਥੇ ਧੰਨ ਮਾਤਾ ਗੁਜਰੀ ਜੀ ਜਿਹੜੇ ਉਹਨਾਂ ਦੇ ਸੇਵਾ ਵਿੱਚ ਉਸ ਅਲੱਖ ਦੀ ਆਪ ਵੀ ਆਰਾਧਨਾ ਕਰਦੇ ਨੇ। ਔਰ ਧੰਨ ਮਾਤਾ ਨਾਨਕੀ ਜੀ ਜਿਨ੍ਹਾਂ ਨੇ ਆਪਣੇ ਪੋਤਰੇ ਦੇ ਵਾਸਤੇ ਇਹ ਜਿਹੜੇ ਕਹਿ ਲਈਏ ਕਿ 3 ਦਹਾਕੇ ਇੰਤਜ਼ਾਰ ਵੀ ਕੀਤਾ, ਔਰ ਗੁਰੂ ਸਾਹਿਬ ਦੇ ਪਾਵਨ ਬਚਨ ਵੀ ਚੇਤੇ ਰੱਖਦੇ ਸਨ। 6ਵੇਂ ਪਾਤਸ਼ਾਹ ਜੀ ਨੂੰ ਜਦੋਂ ਬੇਨਤੀ ਕੀਤੀ ਸੀ ਨਾ ਮਾਤਾ ਨਾਨਕੀ ਜੀ ਨੇ ਕਿ ਮੇਰੇ ਪੁੱਤਰ ਦਾ ਕੀ ਬਣੇਗਾ, ਸਤਿਗੁਰੂ ਜੀ ਨੇ 3 ਨਿਸ਼ਾਨੀਆਂ ਦਿੱਤੀਆਂ ਸਨ, ਇੱਕ ਰੁਮਾਲ, ਦੂਜੀ ਕਟਾਰ ਤੇ ਤੀਜੀ ਬਾਣੀ ਦੀ ਪੋਥੀ। ਤੇ ਨਾਲ ਕਹਿੰਦੇ ਸਨ ਨਾਨਕੀ ਜੀ ਦੇਖ ਇਹ ਜਿਹੜਾ ਰੁਮਾਲ ਹੈ ਨਾ ਮੇਰੇ ਪੁੱਤਰ ਨੂੰ ਦਈ, ਜਿੱਦਣ ਗੁਰਤਾ ਗੱਦੀ ਤੇ ਬੈਠਣਾ ਹੈ। ਪੁੱਤਰ ਆਪ ਜੀ ਸਮਝਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਔਰ ਉਹ ਹੀ ਰੁਮਾਲ ਜਿਹੜਾ ਹੈ ਅਸਲ ਵਿੱਚ ਹਿੰਦੁਸਤਾਨ ਦੇ ਪੱਤ ਨੂੰ ਢੱਕਣ ਵਾਸਤੇ ਉਹ ਚਾਦਰ ਬਣ ਗਿਆ ਸੀ। ਦੂਸਰਾ ਗੁਰੂ ਸਾਹਿਬ ਜੀ ਕਹਿੰਦੇ ਸੀ ਇਹ ਕਟਾਰ ਹੈ, ਇਹ ਸਮਾਂ ਆਏਗਾ ਮੇਰੇ ਪੋਤੇ ਨੂੰ ਦਈ। ਔਰ ਇਸ ਕਟਾਰ ਦੇ ਵਿੱਚੋਂ ਗੁਰੂ ਸਾਹਿਬ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਉਹ ਕਿਰਪਾ ਕਰਨੀ ਸੀ ਕਿ ਖਾਲਸਾ ਜੀ ਨੂੰ ਸਾਜਣਾ ਸੀ, ਖਾਲਸਾ ਪੰਥ ਦੀ ਸਾਜਣਾ ਕਰਨੀ ਸੀ। ਤੀਸਰੇ ਪੋਥੀ ਗੁਜਰੀ ਜੀ ਨੂੰ ਮੇਰੀ ਨੂੰਹ ਨੂੰ ਦਈ, ਕਿਉਂਕਿ ਪੋਥੀ ਨੂੰ ਪੜ੍ਹਨ ਦਾ ਹੀ ਇਹ ਬਰਕਤ ਸੀ ਕਿ ਜਿਨ੍ਹਾਂ ਨੇ ਪਤੀ ਦਾ ਸੀਸ ਵੀ ਆਪਣੀ ਝੋਲੀ ਦੇ ਵਿੱਚ ਪਵਾਇਆ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ, ਆਨੰਦਪੁਰ ਸਾਹਿਬ ਨੂੰ ਵਸਦਿਆਂ ਵੀ ਦੇਖਦਿਆਂ ਤੇ ਉਜੜਦਿਆਂ ਵੀ ਦੇਖਦੇ ਨੇ, ਪਰ ਇੱਕ ਰਤਾ ਪਰ ਕੇ ਤੇ ਘਬਰਾਉਂਦੇ ਨਹੀਂ। ਉਹ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਵਿੱਚ ਆਉਣਾ ਹੈ। ਮਾਤਾ ਧੰਨ ਇਸ ਕਰਕੇ ਹੈ ਕਿ 33 ਸਾਲ ਉਹਨਾਂ ਨੇ ਆਪ ਤਪੱਸਿਆ ਕੀਤੀ। ਉੱਥੇ ਗੁਰੂ ਸਾਹਿਬ ਦੇ ਆਪਣੇ ਪਾਵਨ ਬਚਨ ਨੇ, ਕਹਿੰਦੇ ਮੁਰ ਪਿਤ ਪੁਰਬ ਕੀਸ ਪਿਆਨਾ, ਕਿ ਜਦੋਂ ਬਾਬਾ ਬਕਾਲੇ ਦੇ ਇਸ ਧਰਤੀ ਤੋਂ ਗੁਰੂ ਸਾਹਿਬ ਜੀ ਫਿਰ ਪੂਰਬ ਵਾਲੇ ਪਾਸੇ ਗਏ ਤੇ ਜਾ ਕੇ ਕੀਤਾ ਕਿ ਭਾਂਤ ਭਾਂਤ ਕੇ ਤੀਰਥ ਨਾਨਾ। ਅਸਲ ਵਿੱਚ ਭਾਂਤ ਭਾਂਤ ਦੇ ਉਹਨਾਂ ਤੀਰਥਾਂ ਤੇ ਜਾ ਕੇ ਨਹਾਉਣ ਦਾ ਇੱਕ ਬਹਾਨਾ ਸੀ ਕਿ ਜਿਹੜੇ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਲੋਕ ਨੇ, ਤੀਰਥਾਂ ਦੇ ਭਰਮ ਭੁਲੇਖੇ ਜਿਨ੍ਹਾਂ ਦੇ ਅੰਦਰ ਨੇ, ਉਹਨਾਂ ਨੂੰ ਜੀ ਦਾਨ ਦੇਣਾ ਹੈ। ਉੱਥੇ ਜਾ ਕੇ ਗੁਰੂ ਸਾਹਿਬ ਜੀ ਦਾਨ ਵੀ ਦਿੰਦੇ ਨੇ, ਮਾਤਾ ਨਾਨਕੇ ਜੀ ਰੱਜ ਕੇ ਦਾਨ ਕਰਦੇ ਨੇ ਤੇ ਗੁਰੂ ਸਾਹਿਬ ਜੀ ਨਾਲ ਨਾਲ ਜੀ ਦਾਨ ਵੀ ਬਖਸ਼ਦੇ ਨੇ। ਕਹਿੰਦੇ ਮੁਰ ਪੁੱਤ ਪੁਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੈ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ ਤ੍ਰਿਬੇਣੀ। ਉਸ ਪ੍ਰਯਾਗਰਾਜ ਵਿੱਚ ਗੁਰੂ ਸਾਹਿਬ ਜਦੋਂ ਪਹੁੰਚਦੇ ਨੇ, ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ,
और इतिहास गवाह है कि 6 महीने गुरु साहब जी उस त्रिवेणी ते उस तीर्थ वाली थां ते रहे और 6 महीने इशनान ते करते नहीं ना रहे। इशनान ते करना टुब्बी लाई ते काम खत्म। 6 महीने इस करके उत्थों दी सिख संगतां उत्थे जाके वो जिहड़ा प्रचार धन गुरु कलगीधर पातशाह जी ने करना वही प्रचार गुरु तेग बहादुर साहब जी करते हैं। 6 महीने उत्थे रहण तो बाद गुरु साहब जी कहते हैं तहीं प्रकाश हमारा पयो। प्रकाश दिहाड़ा आपां मना रहे हाँ पर धन गुरु कलगीधर पातशाह कहते हैं प्रकाश तो साडा त्रिवेणी विच हो गया सी। और गुरमत जिहड़ी है देखो वो मनदी उसे नूं जन्म देना जिदन माता दे उदर विच निवास हो गया। उदरे मह आए किया निवास, इसे नूं तो गुरु साहब जी कहते हैं कि ये जन्म ते मौत रब दे हथ वस है। क्योंकि जिहड़ा जन्मदिन आपां मनाउने ते डॉक्टरों के हथ वस भी कई बार हो जाता है। वो चाहण ते 2-4 दिन पहलों भी करा सकते हैं। जन्म असल विच मन्ने उन्होंने जिदन माता के उदरे मह आए किया निवास। सतगुरु कहते हैं तहीं प्रकाश हमारा पयो, पटना शहर विखे भव लयो। पटना शहर विखे भव लयो, शरीर जिहड़ा है वो पटना शहर दे विच आया है। हुण सतगुरु जी ने पटना शहर दे विच आउणा है। इधरों धन गुरु तेग बहादुर महाराज सच्चे पातशाह जी अपने महल साडे माता गुजर कौर जी नूं नाल लैके, धन गुरु तेग बहादुर साहब जी अपने माता नानकी जी नूं नाल लैके, जिन्हां दे नाल मामा कृपाल चंद ने, गुरु के प्यारे सिख भाई दयाला जी ने, और भाई दयाला जी भाई मनी सिंह दे भरा ने। और देखो गुरु तेग बहादुर साहब जी की कितनी कृपा इस परिवार ते। उस भाई दयाला जी नूं गुरु साहब जी भाई जी कहते होंदे सन। और जदों ढाके तो हुक्मनामा भी लिख के भेजते सन, उन्हां हुक्मनामिਆਂ ਦੇ ਵਿੱਚ भी लिखिया हुंदा सी कि सिख संगत भाई दयाल जी का कहा साडा कहा समझना। ये परिवार नूं सतगुरु जी पटना साहिब छड्डदे ने, वो धरती जिथे गुरु साहब जी ने आउणा है। और अज माता नानकी जिथे इन्ने प्रसन्न ने, जिथे वो कड़ा प्रसाद की देग तैयार करते हैं। हर वेले अपने पति 6वें पातशाह गुरु हरगोबिंद साहब जी के बोल चेते आउंदे ने कि तुहाडे घर वो पोतरा आउणा है जिहड़ा एडा महाबली होना कि संसार में कोई नहीं होया ना किसी ने होना है। सारे गुरु साहबानां नूं याद करते हैं। और सिख मावां इतिहास दे विचों जरूर सिद्ध लैनी चाहिए है कि माँ के उदर विच जदों भी बच्चा होवे, जिथे माता नानकी जी कड़ा प्रसाद की देग तैयार करते हैं, अरदासा करते हैं, सानू भी चाहिए है माँ अरदास करे कि सतगुरु जी कृपा करे इस घर विच पुत्र ने आउणा है या धी ने आउणा है, तेरी कृपा बनी रवे, तेरा सिख बने, तेरा प्यार बनिया रवे। और देखो जिथे अज तो सानू पता लग गया ना, डॉक्टर भी कहते हैं कि जे माँ गर्भवती है तो माँ नूं किसी तरह की कोई टेंशन नहीं होनी चाहिए। वो किसी तरह का माड़ा ना सोचे। जे माड़ा सोचा होया बच्चे ते असर करता है तो फिर गुरु की बाणी पढ़ी हुई असर ना करती होएगी। खैर सतगुरु जी उत्ते कृपा करते हैं। माता सतगुरु जी के दादी जी माता नानकी जी वो उत्थे अरदास बेनती करते हैं, कड़ा प्रसाद की देग तैयार होंदी है, खुशियां मनाते हैं। हुण गुरु तेग बहादुर साहब जी जिहड़े धन ने, उन्होंने परिवार नूं पटना साहिब छड्ड के जाण तो पहलों बचन कह के जाते हैं। भावें कुछ इतिहासकार मानते हैं कि गुरु साहब जी ने ढाके तो जदों पता लग्या सी कि घर दे विच पुत्र आया, उदों कहा सी कि नाम गोबिंद राय रखना है। कुछ इतिहासकार गोबिंद दास भी लिखते हैं, पर असल में गुरु साहब जी तो चलन लगे कह के गए सन कि गुजरी जी अपनी माता नानकी जी नूं घर विच पुत्र ने आउणा है। क्योंकि सतगुरु जी जानते सन कि असल में पुत्र ने नहीं आउणा, गुरु नानक साहब जी की जोत के मालक ने आउणा है। इन्हां दा नाम गोबिंद राय रखिया जाए। इधर सतगुरु जी ने पटना साहिब दे विच जिदन आउणा है
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਢਾਕੇ ਦੀ ਧਰਤੀ ਤੇ ਨੇ। ਜਿੱਦਣ ਪ੍ਰਕਾਸ਼ ਹੋਣਾ ਸਾਰੇ ਰਾਤ ਚੌਂਕੜਾ ਮਾਰ ਕੇ ਬੈਠਦੇ ਨੇ, ਤੇ ਅੰਮ੍ਰਿਤ ਵੇਲੇ ਜਦੋਂ ਉੱਠਦੇ ਨੇ ਚੌਂਕੜੇ ਨੂੰ ਖੋਲ੍ਹਦੇ ਨੇ ਉਸ ਤੋਂ ਪਹਿਲਾਂ ਮੁਸਕਰਾਉਂਦੇ ਨੇ। ਔਰ ਭਾਈ ਦਿਆਲਾ ਜੀ ਜਿਹੜੇ ਨੇ ਦੇਖੋ ਉਹ ਵੀ ਕਿੰਨੇ ਕੁ ਧੰਨ ਹੋਣਗੇ ਕਿ ਜੇ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੈਠੇ ਨਾ, ਭਾਈ ਦਿਆਲਾ ਜੀ ਵੀ ਸਾਹਮਣੇ ਸੇਵਾ ਦੇ ਵਿੱਚ ਨੇ। ਗੁਰੂ ਸਾਹਿਬ ਜੀ ਆਰਾਮ ਕਰਨ ਤੇ ਆਰਾਮ ਕਰਨਾ ਹੈ। ਜਦੋਂ ਗੁਰੂ ਸਾਹਿਬ ਜੀ ਮੁਸਕਰਾਏ ਤਾਂ ਪੁੱਛ ਲਿਆ ਸੀ ਕਿ ਸਤਿਗੁਰੂ ਜੀ ਅੱਜ ਮੁਸਕਰਾਹਟ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੀ ਭਾਈ ਜੀ ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਜਿੱਥੇ ਸਮਾਉਣੀ ਹੈ ਨਾ, ਉਹ 10ਵਾਂ ਜਾਮਾ ਲੈ ਕੇ 10ਵਾਂ ਸਰੀਰ ਲੈ ਕੇ ਸੰਸਾਰ ਤੇ ਆ ਗਏ ਨੇ। ਉਹਨਾਂ ਦਾ ਨਾਂ ਹੀ ਗੋਬਿੰਦ ਨਹੀਂ, ਉਹ ਆਪ ਹੀ ਗੋਬਿੰਦ ਨੇ। ਔਰ ਗੋਬਿੰਦ ਦਾ ਅਰਥ ਹੁੰਦਾ ਪਰਮੇਸ਼ਰ। ਉੱਥੇ ਸਤਿਗੁਰੂ ਜੀ ਆਪ ਜਿੱਥੇ ਇਹ ਦੂਸਰਿਆਂ ਨੂੰ ਆਵਾਜ਼ ਦੇ ਕੇ ਕਹਿੰਦੇ ਨੇ, ਸਿੱਖਾਂ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਕਿ ਸਾਧੋ ਗੋਬਿੰਦ ਕੇ ਗੁਣ ਗਾਵੋ, ਉੱਥੇ ਗੁਰੂ ਸਾਹਿਬ ਜੀ ਆਪ ਸਾਰੇ ਰਾਤ ਉਸ ਗੋਬਿੰਦ ਦੇ ਗੁਣ ਗਾਉਂਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅੱਜ ਜਦੋਂ ਪ੍ਰਕਾਸ਼ ਹੋਣਾ ਹੈ ਤੇ ਉੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਮਾਤਾ ਗੁਜਰ ਕੌਰ ਜੀ ਜਿੱਥੇ ਉਹ ਅੱਜ ਸ਼ਾਂਤ ਨੇ, ਉਹਨਾਂ ਦੇ ਅੰਦਰ ਭਾਵੇਂ ਸਿਮਰਨ ਬੰਦਗੀ ਪਹਿਲੋਂ ਵੀ ਬੜੀ ਹੈ। ਅੱਜ ਪਟਨਾ ਸਾਹਿਬ ਦਾ ਉਹ ਜਿਹੜਾ ਵਾਤਾਵਰਨ ਇਹਦੇ ਵਿੱਚ ਬੜੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇੱਕ ਵੱਖਰੀ ਜਿਹੜੀ ਰੌਣਕ ਸੀ, ਇੱਕ ਵੱਖਰੀ ਸ਼ਾਂਤੀ ਸੀ। 22 ਦਸੰਬਰ 1666 ਅੱਜ ਜਿਹੜਾ ਦਿਨ ਅਸੀਂ ਮਨਾ ਰਹੇ ਹਾਂ। ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਮਾਤਾ ਨਾਨਕੀ ਜੀ ਨੂੰ ਬਾਹਰ ਸੁਨੇਹਾ ਮਿਲਿਆ ਹੈ, ਤੇ ਦੇਖੋ ਉਹ ਧਰਤੀ ਹਰਿਆਵਲੀ ਇਸ ਕਰਕੇ ਹੈ ਕਿ ਜਿਹੜੀ ਥਾਂ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਅੱਜ ਉੱਥੇ ਤਖਤ ਹੈ। ਉਹ ਸਾਲਸਰਾਏ ਦੀ ਹਵੇਲੀ ਦਾ ਉਹ ਕਮਰਾ ਜਿਹਨੂੰ ਅੱਜ ਅਸੀਂ ਕਹਿੰਦੇ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜਿੱਥੇ ਅੱਜ ਲੋਕ ਨਮਸਕਾਰਾਂ ਕਰਦੇ ਨੇ, ਉਸ ਕਮਰੇ ਦੇ ਵਿੱਚੋਂ ਆਵਾਜ਼ ਆਈ ਦਾਦੀ ਨਾਨਕੀ ਜੀ ਨੂੰ ਕਿ ਮਾਂ ਤੇਰੇ ਘਰ ਵਿੱਚ ਪੁੱਤਰ ਆਇਆ ਹੈ। ਜਿੱਥੇ ਮਾਤਾ ਨਾਨਕੀ ਜੀ ਖੁਸ਼ੀਆਂ ਮਨਾਉਂਦੇ ਨੇ, ਮਾਤਾ ਗੁਜਰ ਕੌਰ ਜੀ ਖੁਸ਼ੀਆਂ ਮਨਾਉਂਦੇ ਨੇ, ਅੱਜ ਉੱਥੇ ਗੁਰੂ ਕੇ ਸਿੱਖ ਜਿਹੜੇ ਨੇ ਉਹ ਸ਼ਬਦ ਪੜ੍ਹ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਔਰ ਗੁਰੂ ਕੇ ਸਿੱਖ ਕੋਲ ਇੱਕ ਸ਼ਬਦ ਹੀ ਹੈ ਕਿ ਜੇ ਦੁੱਖ ਆਵੇ ਤੇ ਤਾਂ ਵੀ ਸ਼ਬਦ ਪੜ੍ਹਦਾ ਹੈ, ਜੇ ਸੁੱਖ ਆਵੇ ਤੇ ਸੁੱਖ ਵੀ ਸ਼ਬਦ ਪੜ੍ਹ ਕੇ ਆਪਣਾ ਸੁੱਖ ਜਿਹੜਾ ਹੈ ਗੁਰੂ ਦੇ ਨਾਲ ਸਾਂਝਾ ਕਰਦਾ ਹੈ। ਅੱਜ ਉੱਥੇ ਸਤਿਗੁਰੂ ਦਾ ਪ੍ਰਕਾਸ਼ ਹੋਇਆ ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਉੱਥੇ ਦੁੱਖ ਤੇ ਆਉਣੇ ਕਿੱਥੋਂ ਨੇ। ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਦੁੱਤੈ ਦਹਿਣ ਪਿਆ। ਦੁੱਤੇ ਦਾ ਅਰਥ ਵੈਸੇ ਦੁਸ਼ਮਣ ਹੈ, ਭਾਵੇਂ ਸਤਿਗੁਰੂ ਜੀ ਦੇ ਬਾਣੀ ਦੇ ਬਚਨ ਨੇ। ਇੱਥੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਿਹਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੱਚ ਜਾਣਿਓ, ਤੁਸੀਂ ਸੰਸਾਰ ਤੇ ਆਏ ਹੀ ਦੁਸ਼ਮਣ ਨੂੰ ਸਾੜਨ ਵਾਸਤੇ ਹੋ, ਭਾਵੇਂ ਬਾਹਰ ਦੇ ਹੋਣ ਤੇ ਭਾਵੇਂ ਅੰਦਰ ਦੇ ਹੋਣ। ਦੁੱਤੇ ਦਹਿਣ ਭਇਆ ਗੋਬਿੰਦ ਪ੍ਰਗਟਾਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਜ ਪ੍ਰਗਟ ਹੋਏ। ਅੱਜ ਉਹਨਾਂ ਦਾ ਪ੍ਰਕਾਸ਼ ਹੋਇਆ ਔਰ ਜਿੱਥੇ ਗੁਰੂ ਕੇ ਸਿੱਖ ਸੰਗਤਾਂ ਨੇ ਇੱਥੇ ਖੁਸ਼ੀਆਂ ਮਨਾਈਆਂ ਨੇ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਢਾਕੇ ਦੀ ਧਰਤੀ ਤੋਂ ਇੱਕਦਮ ਵਾਪਸ ਨਹੀਂ ਆ ਗਏ। ਦੇਖੋ ਜੇ ਆਪਾਂ ਦੁਨੀਆਦਾਰੀ ਵੱਲ ਦੇਖੀਏ ਕਿ 30-33 ਸਾਲ ਬਾਅਦ ਵਿਆਹ ਤੋਂ ਬਾਅਦ ਘਰ ਵਿੱਚ ਪੁੱਤਰ ਨੇ ਜਨਮ ਲੈਣਾ ਹੋਵੇ, ਤੇ ਦੁਨੀਆ ਦਾ ਕੋਈ ਬਾਪ ਐਸਾ ਨਹੀਂ ਕਿ ਜਿਹੜਾ ਕਵੇ ਕਿ ਭਾਵੇਂ ਕਰੋੜਾਂ ਦਾ ਨੁਕਸਾਨ ਹੁੰਦਾ ਤੇ ਹੋ ਜਾਏ, ਛੱਡ ਕੇ ਸਾਰਾ ਕੁਝ ਆਏਗਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਦੀਨ ਦੁਨੀਆ ਨੂੰ ਤਾਰਨ ਦੇ ਵਾਸਤੇ, ਭਲਾ ਕਰਨ ਵਾਸਤੇ ਉਸੇ ਧਰਤੀ ਤੇ ਨੇ। ਔਰ ਆਪ ਜੀ ਜਾਣਦੇ ਹੋ 5 ਸਾਲ ਬਾਅਦ ਸਤਿਗੁਰੂ ਜੀ ਉੱਥੋਂ ਵਾਪਸ ਆਏ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਆਰਬਲਾ 5 ਸਾਲ ਹੋ ਗਈ ਸੀ ਜਦੋਂ ਪਹਿਲੀ ਵਾਰੀ ਆ ਕੇ ਪੁੱਤਰ ਨੂੰ ਦੇਖਦੇ ਨੇ। ਔਰ ਇੱਥੇ ਰਾਮ ਰਹੀਮ ਤੇ ਕਰੀਮ ਬਖਸ਼ ਦਾ ਜਿਹੜਾ ਬਾਗ ਹੈ ਉਹ ਅੱਜ ਵੀ ਉੱਥੇ ਆਪ ਜੀ ਦਰਸ਼ਨ ਕਰਦੇ, ਸੁੱਕਾ ਹੋਇਆ ਸੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਅੱਜ ਗੁਰੂ ਪਿਤਾ ਨੇ ਆਉਣਾ ਹੈ। ਉਸ ਬਾਗ ਵਿੱਚ ਜਾ ਕੇ ਖੇਡਦੇ ਨੇ। ਪਹਿਲੀ ਮਿਲਣੀ ਉਸੇ ਬਾਗ ਵਿੱਚ ਹੋਈ ਸੀ ਕਿ ਜਿਹੜਾ ਸੁੱਕਿਆ ਹੋਇਆ ਬਾਗ ਹਰਿਆ ਭਰਿਆ ਹੋ ਗਿਆ। ਸਭ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ। ਗੁਰੂ ਸਾਹਿਬ ਨੇ ਪਾਵਨ ਬਚਨ ਜਿਹੜੇ ਕਹੇ ਉਹ ਸਾਡੇ ਇਤਿਹਾਸ ਦੇ ਵਿੱਚੋਂ ਸਾਡੇ ਸਾਹਮਣੇ ਵੀ ਆਏ। ਹੁਣ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਇਸ ਪਾਵਨ ਧਰਤੀ ਤੇ। ਸ਼ਰੀਰ ਸੇ ਜਿਹੜਾ ਨਾਮ ਰੱਖਿਆ ਗਿਆ, ਆਰਬਲਾ ਕੁਛ ਵੱਡੀ ਹੋਈ ਭੀਖਣ ਸ਼ਾਹ ਜੀ, ਜਿਨ੍ਹਾਂ ਨੇ ਕੇਵਲ ਸਿਜਦਾ ਹੀ ਨਹੀਂ ਕੀਤਾ, ਅੱਜ ਉਹ ਦਰਸ਼ਨਾਂ ਵਾਸਤੇ ਵੀ ਆਏ। ਨਾਲ ਚੇਲੇ ਆਏ ਸਨ। ਔਰ ਮਾਮਾ ਕਿਰਪਾਲ ਚੰਦ ਜੀ ਹੋਰ ਵੀ ਜਿਹੜੇ ਸਿੱਖ ਸਨ ਉਹ ਜਾਣਦੇ ਸਨ ਕਿ ਹਕੂਮਤ ਜਿਹੜੀ ਵੈਰੀ ਹੈ, ਇਹ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕੌਣ ਆ ਜੇ, ਕਿ ਇੱਕ ਪਹਿਰਾਵਾ ਮੁਸਲਮਾਨਾਂ ਵਾਲਾ ਹੈ ਔਰ ਦੂਜੇ ਜਿਹੜੀ ਹਕੂਮਤ ਹੈ ਉਹਨਾਂ ਦੇ ਵਿੱਚ ਬਹੁਤਾਤ। ਉਹ ਸਮਾਂ ਹੀ ਐਸਾ ਸੀ ਕਿ ਕਿਹੜੇ ਰੂਪ ਦੇ ਵਿੱਚ ਭੇਜਣ ਕੌਣ ਹੈ। ਦਰਸ਼ਨ ਕਰਨ ਤੋਂ ਜਦੋਂ ਰੋਕਿਆ ਤਾਂ ਉਹਨਾਂ ਨੇ ਅੰਨ ਪਾਣੀ ਛੱਡ ਦਿੱਤਾ ਸੀ ਕਿ ਦਰਸ਼ਨ ਹੋਣ ਕਿਤੇ ਜਾਣਾ ਹੈ। ਔਰ ਜਿੱਦਣ ਦਰਸ਼ਨ ਕਰਵਾਏ ਗਏ, ਭੀਖਣ ਸ਼ਾਹ 2 ਕੁੱਜੀਆਂ ਲੈ ਕੇ ਆਇਆ ਸੀ। ਆਪਣੇ ਚੇਲਿਆਂ ਨੂੰ ਕਹਿ ਕੇ ਤੁਰਿਆ ਸੀ ਕਿ ਉਹ ਖੁਦਾ ਇਸ ਸੰਸਾਰ ਤੇ ਆ ਗਿਆ ਹੈ। ਉਹਨਾਂ ਨੂੰ ਪਰਖ ਕਰਾਉਣ ਵਾਸਤੇ ਆਪ ਤੇ ਜਾਣਦਾ ਸੀ ਕਿ ਜੇ ਸੱਜੇ ਕੁੱਜੇ ਨੂੰ ਹੱਥ ਲਾਇਆ ਤੇ ਸਮਝੋ ਉਹ ਸਾਡਾ ਮੁਸਲਮਾਨਾਂ ਦਾ ਰਹਿਬਰ ਹੈ, ਤੇ ਜੇ ਖੱਬੇ ਪਾਸੇ ਵਾਲੀ ਕੁੱਜੀ ਨੂੰ ਹੱਥ ਲਾਇਆ ਤੇ ਫਿਰ ਸਮਝ ਲਿਓ ਉਹ ਹਿੰਦੂਆਂ ਦਾ ਕੋਈ ਪੀਰ ਹੋਵੇਗਾ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਦੋਵੇਂ ਕੁੱਜੀਆਂ ਨੂੰ ਹੱਥ ਲਾਇਆ, ਫੜ ਕੇ ਦੋਵੇਂ ਪੁੱਠੀਆਂ ਕਰ ਦਿੱਤੀਆਂ। ਤੇ ਉਹ ਚੇਲਿਆਂ ਨੇ ਫਿਰ ਕਿਹਾ ਸੀ ਭੀਖਣ ਸ਼ਾਹ ਨੂੰ ਕਿ ਸਾਨੂੰ ਪਹਿਲੋਂ ਤੇ ਸ਼ੱਕ ਸੀ, ਹੁਣ ਲੱਗਦਾ ਕਿ ਸੱਚਮੁੱਚ ਹੀ ਤੇਰੇ ਦਿਮਾਗ 'ਚ ਫਰਕ ਪੈ ਗਿਆ ਲੱਗਦਾ ਹੈ, ਕਿ ਇੱਕ ਬਾਲਕ ਨੇ, ਛੋਟੇ ਜਿਹੇ ਬਾਲਕ ਨੇ, ਜਿੰਦੇ ਸਾਹਮਣੇ ਕੁੱਜੀਆਂ ਕੀਤੀਆਂ, ਦੋਵੇਂ ਪੁੱਠੀਆਂ ਕਰ ਦਿੱਤੀਆਂ। ਤੇ ਭੀਖਣ ਸ਼ਾਹ ਕਹਿੰਦਾ ਸੀ ਤੁਹਾਨੂੰ ਸਮਝ ਕਿੱਥੇ ਆਵੇ। ਅਸਲ ਵਿੱਚ ਉਹ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ, ਉਹਨੇ ਇਸ ਸੰਸਾਰ ਦੇ ਵਿੱਚ ਆ ਕੇ ਇੱਕੋ ਹੀ ਆਵਾਜ਼ ਕਹਿਣੀ ਹੈ ਕਿ ਮਾਨਸ ਕੇ ਜਾਤ ਸਭੈ ਏਕੈ ਪਹਿਚਾਨਬੋ। ਉਹਨੇ ਇਸ ਸੰਸਾਰ ਦੇ ਵਿੱਚ ਅੱਗੇ ਵਿਚਰ ਕੇ ਇਸੇ ਗੱਲ ਦਾ ਹੋਕਾ ਦੇਣਾ ਹੈ। ਬਾਬਾ ਕਬੀਰ ਜੀ ਨੇ ਜਿਹੜੇ ਪਾਵਨ ਬਚਨ ਕਹੇ ਨੇ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਬਚਨ ਕਹਿ ਗਏ ਨੇ, ਇਹ ਸਾਰਿਆਂ ਦਾ ਸਾਂਝਾ ਹੋਵੇਗਾ। ਸਤਿਗੁਰੂ ਜੀ ਸਰੀਰ ਕਰਕੇ ਜਦੋਂ ਕੁਝ ਅਰਬਲਾ 4 ਕੁ ਸਾਲ ਦੀ ਹੋਈ, ਔਰ ਦੇਖੋ ਉਹ ਧਰਤੀ ਤੇ ਉਹ ਜੰਤ ਕਿੰਨੇ ਕੁ ਭਾਗਾ ਵਾਲੇ ਨੇ, ਹਰਿਆਵਲੇ ਕਿਵੇਂ ਹੋ ਗਏ। ਪੰਡਿਤ ਸ਼ਿਵਦੱਤ ਜੀ, ਜਿਨ੍ਹਾਂ ਦੀ ਉਸ ਵੇਲੇ ਸਰੀਰ ਦੀ ਉਮਰ 80 ਤੋਂ 85 ਸਾਲ ਦੇ ਵਿੱਚ ਸੀ, ਉਹ ਸ਼੍ਰੀ ਰਾਮਚੰਦਰ ਜੀ ਦੇ ਉਪਾਸ਼ਕ ਨੇ। ਗੰਗਾ ਦੇ ਕਿਨਾਰੇ ਤੇ ਬੈਠਦੇ ਨੇ ਔਰ ਆਪਣੇ ਨਿਤਨੇਮ ਦੀ ਤਰ੍ਹਾਂ ਰੋਜ਼ ਉਸੇ ਟਾਈਮ ਜਾ ਕੇ ਬੈਠਦੇ ਨੇ। 4 ਕੁ ਸਾਲ ਦੀ ਆਰਬੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਖੇਡਦੇ ਹੋਏ ਜਾਂਦੇ ਨੇ, ਪਿੱਛੋਂ ਦੇ ਗਧਾੜਿਆਂ ਦੇ ਉੱਤੇ ਚੜ੍ਹ ਕੇ ਅੱਖਾਂ ਦੇ ਉੱਤੇ ਹੱਥ ਰੱਖ ਕੇ ਕਹਿੰਦੇ ਨੇ ਬਾਬਾ ਝਾਤ। ਤੇ ਪੰਡਤ ਸ਼ਿਵਦੱਤ ਦੇ ਕਹਿੰਦੇ ਨੇ ਕਿ ਝਾਤ ਹੱਥ ਜਦੋਂ ਫੜੇ ਕਿ ਇਹ ਬੱਚਾ ਅੱਜ ਕੌਣ ਆ ਗਿਆ। ਇੱਕ ਅੰਦਰ ਵੱਖਰੀ ਸ਼ਾਂਤੀ ਸੀ, ਪਰ ਜਦੋਂ ਅੱਖਾਂ ਖੋਲੀਆਂ ਤੇ ਜਿਹੜੇ ਰਾਮਚੰਦਰ ਜੀ ਦੀ ਉਪਾਸਨਾ ਰੋਜ਼ ਕਰਦੇ ਸਨ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 4 ਸਾਲ ਦਾ ਜਿਨ੍ਹਾਂ ਦਾ ਸਰੀਰ ਹੈ, ਉਸ ਸਰੀਰ ਦੇ ਵਿੱਚੋਂ ਦਰਸ਼ਨ ਹੋ ਗਏ ਕਿ ਇਹ ਤੇ ਮੇਰੇ ਰਾਮਚੰਦਰ ਜੀ ਆ ਗਏ ਨੇ। ਉੱਥੇ ਗੁਰੂ ਸਾਹਿਬ ਜੀ ਨੇ ਰੋਜ਼ ਜਾਣਾ, ਰੋਜ਼ ਪੰਡਤ ਜੀ ਨੂੰ ਜਾ ਕੇ ਪਿੱਛੋਂ ਕਹਿਣਾ ਬਾਬਾ ਝਾਤ। ਉਸ ਪੰਡਤ ਦੇ ਗੋਦ ਦੇ ਵਿੱਚ ਬੈਠਣਾ ਔਰ ਪੰਡਤ ਸ਼ਿਵਦੱਤ ਜੀ ਜਿਨ੍ਹਾਂ ਦਾ ਅੰਦਰ ਅੱਜ ਹੋਰ ਕੱਲ੍ਹ ਹੋਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ। ਉਹ ਪੰਡਤ ਜਿੰਦੀ ਉਸ ਪਟਨਾ ਸਾਹਿਬ ਦੇ ਵਿੱਚ ਮਾਨਤਾ ਵੀ ਬੜੀ ਸੀ। ਉੱਥੇ ਫਤਿਹ ਚੰਦ ਮੈਣੀ ਰਾਜਾ ਹੈ। ਰਾਜਾ ਤੇ ਰਾਣੀ ਜਿੰਦੇ ਘਰ ਔਲਾਦ ਕੋਈ ਨਹੀਂ, ਉਮਰ ਢਲਦੀ ਜਾਂਦੀ ਹੈ। ਉਹਨਾਂ ਨੇ ਇੱਕ ਦਿਨ ਪੰਡਤ ਸ਼ਿਵਦੱਤ ਨੂੰ ਆਵਾਜ਼ ਮਾਰੀ ਤੇ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਜਿਹੜੇ ਰਾਮ ਦੇ ਰੋਜ਼ ਤੁਸੀਂ ਉਪਾਸਨਾ ਕਰਦੇ ਹੋ, ਸਾਡੇ ਵੀ ਕੋਈ ਅਰਦਾਸ ਕਰ ਦਿਓ, ਘਰ ਵਿੱਚ ਕੋਈ ਧੀ ਕੋਈ ਪੁੱਤਰ ਔਲਾਦ ਆ ਜੇ। ਤੇ ਪੰਡਤ ਜੀ ਕਹਿੰਦੇ ਸੀ, ਕਹਿੰਦੇ ਕਿ ਅਰਦਾਸ ਕਰਨੀ ਜੇ।
ਉਹ ਜਿੰਦੇ ਅੱਗੇ ਜੋਤੜੀ ਕਰਨੀ ਹੈ ਨਾ, ਉਹ ਤੇ ਇਸ ਪਟਨਾ ਸਾਹਿਬ ਦੇ ਗਲੀਆਂ ਦੇ ਵਿੱਚ ਖੇਡ ਰਿਹਾ ਹੈ। ਉਹ ਤੇ ਇਸ ਸ਼ਹਿਰ ਦੇ ਵਿੱਚ ਆ ਗਿਆ ਹੈ, ਸੰਸਾਰ ਵਿੱਚ ਆ ਗਿਆ ਹੈ। ਤੇ ਪੁੱਛਿਆ ਕੌਣ? ਪੰਡਤ ਜੀ ਕਹਿੰਦੇ ਨੇ ਉਹ ਧੰਨ ਗੁਰੂ ਗੋਬਿੰਦ ਰਾਏ ਜਿਨ੍ਹਾਂ ਦਾ ਨਾਂ ਰੱਖਿਆ ਗਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਆਏ ਨੇ। ਕਿ ਰਾਣੀ ਨੂੰ ਕਿਹਾ ਕਿ ਪੁੱਤਰ ਦੇਖ, ਜੇ ਸੱਚਮੁੱਚ ਤੂੰ ਚਾਹੁੰਦੀ ਹੈ ਨਾ ਅਰਦਾਸ ਉਹਦੇ ਚਰਨਾਂ 'ਚ ਕਰਨੀ, ਤੇ ਤੂੰ ਸ਼ਰਧਾ ਭਾਵਨਾ ਦੇ ਨਾਲ ਟਿਕ ਕੇ ਬੈਠੀ, ਇੱਕ ਦਿਨ ਆਪਣੇ ਆਪ ਹੀ ਆਉਣਗੇ। ਪੂਰੇ ਇਤਿਹਾਸ ਆਪ ਜੀ ਜਾਣਦੇ ਹੋ ਕਿ ਭਾਵੇਂ ਉਸ ਦਿਨ ਤੋਂ ਲੈ ਕੇ ਉਹ ਰਾਣੀ ਰੋਜ਼ ਆਰਾਧਨਾ ਵੀ ਕਰਦੀ ਸੀ, ਧਿਆਨ ਵੀ ਰੱਖਦੀ ਸੀ, ਪਰ ਅੱਜ ਇੱਕ ਦਿਨ ਬੜੇ ਪਿਆਰ ਦੇ ਨਾਲ ਛੋਲੇ ਤੇ ਪੂੜੀਆਂ ਬਣਾਈਆਂ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੂੰ ਯਾਦ ਕਰਦੇ ਹੋਇਆਂ ਕਿ ਘਰ ਵਿੱਚ ਆਉਣਗੇ, ਉਹਨਾਂ ਦੇ ਚਰਨ ਫੜ ਕੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਅੱਜ ਕਿਰਪਾ ਕਰ ਦਿਓ ਕਿਤੇ ਆ ਜਾਓ। ਔਰ ਉੱਥੇ ਕਹਿੰਦੇ ਨੇ ਕਿ ਗੇਂਦ ਖੇਡਦੇ ਖੇਡਦੇ ਗੇਂਦ ਉਸ ਰਾਜੇ ਦੇ ਘਰ ਵਿੱਚ ਡਿੱਗੀ। ਅਸਲ ਵਿੱਚ ਇਹ ਤੇ ਇਤਿਹਾਸ ਹੈ ਨਾ, ਉਹ ਗੇਂਦ ਨਹੀਂ ਸੀ ਡਿੱਗੀ, ਉਸ ਰਾਣੀ ਦੀ ਮਮਤਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣੇ ਵੱਲੇ ਆਪਣੇ ਪਿਆਰ ਦੇ ਨਾਲ ਖਿੱਚਿਆ ਸੀ। ਕਿ ਸਤਿਗੁਰੂ ਜੀ ਗੇਂਦ ਲੈਣ ਦੇ ਬਹਾਨੇ ਜਦੋਂ ਜਾਂਦੇ ਨੇ, ਤੇ ਉਸੇ ਤਰ੍ਹਾਂ ਜਿਵੇਂ ਪੰਡਤ ਸ਼ਿਵਦੱਤ ਨੂੰ ਅੱਖਾਂ ਬੰਦ ਕਰਕੇ ਕਹਿੰਦੇ ਸਨ ਬਾਬਾ ਝਾਤ, ਇਸ ਰਾਣੀ ਦੇ ਕੰਨਾਂ ਦੇ ਕੋਲ ਆ ਕੇ ਛੋਟੀ ਜਿਹੀ ਆਵਾਜ਼ ਕਹਿੰਦੇ ਨੇ, ਮਾਂ ਝਾਤ। ਹੁਣ ਤੁਸੀਂ ਸੰਸਾਰਿਕ ਆਪਾਂ ਬੈਠੇ ਹਾਂ, ਜਿਹੜੀ ਮਾਂ ਦੇ ਕੁੱਖ ਵਿੱਚ ਬਾਲਕ ਨਾ ਹੋਵੇ, ਉਮਰ ਢਲ ਗਈ ਹੋਵੇ, ਤੇ ਪਹਿਲੀ ਵਾਰੀ ਆਵਾਜ਼ ਸੁਣੇ ਮਾਂ, ਤੇ ਉਹ ਸਾਰਾ ਕੁਝ ਭੁੱਲ ਗਈ ਕਿ ਮੈਂ ਇਹਨਾਂ ਦੇ ਚਰਨਾਂ 'ਚ ਕੋਈ ਅਰਦਾਸ ਕਰਨੀ ਸੀ। ਜਦੋਂ ਮਾਂ ਕਿਹਾ ਦੁਬਾਰੇ, ਫਿਰ ਕਹਿੰਦੇ ਨੇ ਪੁੱਤਰ ਇੱਕ ਵਾਰੀ ਹੋਰ ਕਹੀਂ। ਮਾਂ ਮੈਂ ਆ ਗਿਆ ਹੈ, ਇੱਕ ਵਾਰੀ ਹੋਰ ਕਹਿ। ਔਰ ਪਤਾ ਨਹੀਂ ਉਸ ਮਾਂ ਨੇ ਕਿੰਨੀ ਕੁ ਵਾਰੀ ਕਵਾਇਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੀ ਵਾਰੀ ਕਹਿੰਦੇ ਰਹੇ ਮਾਂ ਮੈਂ ਆ ਗਿਆ। ਗੋਦ ਵਿੱਚ ਬੈਠ ਗਏ ਨੇ। ਔਰ ਜਦੋਂ ਦਾਸੀ ਨੇ ਕਿਹਾ ਕਿ ਰਾਣੀ ਨੇ ਅਰਦਾਸ ਕਰਨੀ ਸੀ ਕਿ ਦੇਖੋ ਤੁਸੀਂ ਇਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਇਹਨਾਂ ਨੂੰ ਗੋਦ 'ਚ ਬਿਠਾਇਆ ਹੈ, ਉਹ ਦਾਸੀ ਨੇ ਕਹਿ ਦਿੱਤਾ ਕਿ ਤੁਸੀਂ ਕਿਰਪਾ ਕਰੋ ਇਹਨਾਂ ਦੇ ਘਰ ਵਿੱਚ ਕੋਈ ਪੁੱਤਰ ਆ ਜਾਏ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਬਚਨ ਕਹਿ ਸਨ ਕਿ ਮਾਂ ਅੱਜ ਤੋਂ ਮੈਂ ਤੇਰਾ ਪੁੱਤਰ, ਤੂੰ ਮੇਰੀ ਮਾਂ। ਔਰ ਇੱਕ ਬੇਨਤੀ ਹੋਰ ਕਰਦੇ ਹਾਂ, ਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇੱਕ ਪੁੱਤਰ ਬਣੇ ਨੇ, ਇੱਕ ਦੇ ਪਿਓ ਬਣੇ ਨੇ। ਇਹ ਇਤਿਹਾਸ ਆਪ ਜੀ ਜਾਣਦੇ ਹੋ। 4 ਕੁ ਸਾਲ ਦੀ ਆਰਬਲਾ ਹੈ ਜਦੋਂ ਕਹਿੰਦੇ ਨੇ ਕਿ ਮਾਂ ਮੈਂ ਤੇਰਾ ਪੁੱਤਰ, ਤੇ 9 ਕੁ ਸਾਲ ਦੀ ਆਰਬਲਾ ਸੀ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਨੇ, ਤੇ ਉਹਨੂੰ ਗੁਰੂ ਸਾਹਿਬ ਜੀ ਪੁੱਤਰ ਕਹਿ ਕੇ ਗਲ ਦੇ ਨਾਲ ਲਾਉਂਦੇ ਨੇ ਕਿ ਰੰਗਰੇਟਾ ਗੁਰੂ ਕਾ ਬੇਟਾ। ਹੁਣ ਮਾਂ ਉਸ ਵੇਲੇ ਭੁੱਲ ਗਈ ਕਿ ਅਰਦਾਸ ਕਰਨੀ ਹੈ, ਪਰ ਜਦੋਂ ਦਾਸੀ ਨੇ ਚੇਤੇ ਕਰਾਇਆ, ਉਸ ਰਾਣੀ ਨੇ ਚਰਨਾਂ ਨੂੰ ਹੱਥ ਲਾਉਣ ਦਾ ਯਤਨ ਕੀਤਾ ਕਿ ਮੈਂ ਅਰਦਾਸ ਕਰਨੀ, ਤੇ ਸਤਿਗੁਰੂ ਜੀ ਕਹਿੰਦੇ ਨੇ ਮਾਵਾਂ ਦੇ ਹੱਥ ਜਿਹੜੇ ਪੈਰਾਂ ਵਾਲੇ ਪਾਸੇ ਨਹੀਂ, ਉਹ ਸਿਰ ਤੇ ਆਉਂਦੇ ਨੇ। ਉੱਥੇ ਥੋੜ੍ਹਾ ਜਿਹਾ ਸ਼ੰਕਾ ਵੀ ਕੀਤਾ ਕਿ ਪੁੱਤਰ ਤੂੰ ਮਾਂ ਕਹਿ ਤੇ ਦਿੱਤਾ ਹੈ, ਪਰ ਮਾਤਾ ਗੁਜਰੀ ਨੇ ਆਵਾਜ਼ ਮਾਰਨੀ ਤੁਸੀਂ ਚਲੇ ਜਾਣਾ ਹੈ। ਮਾਵਾਂ 2 ਪੁੱਤਰ ਇੱਕ, ਗੋਦੀਆਂ 2 ਤੇ ਪੁੱਤਰ ਇੱਕ, ਕਿਵੇਂ ਹੋ ਸਕਦਾ ਹੈ? ਔਰ ਸਤਿਗੁਰੂ ਨੇ ਜਿਹੜੀ ਉੱਥੇ ਉਦਾਹਰਣ ਦਿੱਤੀ ਨਾ, ਕਹਿੰਦੇ ਮਾਂ ਅੱਖਾਂ ਵਿੱਚ ਆਪਣੀਆਂ 2 ਨੇ। ਹੁਣ ਇਹਨਾਂ ਅੱਖਾਂ ਨਾਲ ਕਦੇ ਨਹੀਂ ਹੁੰਦਾ ਕਿ ਇੱਕ ਅੱਖ ਨਾਲ ਕੁਝ ਹੋਰ ਵੇਖੀਏ ਤੇ ਇੱਕ ਨਾਲ ਹੋਰ ਵੇਖੀਏ। ਅੱਖਾਂ 2 ਨੇ ਪਰ ਜੋਤ ਤੇ ਇੱਕ ਹੈ। ਮਾਂ ਗੋਦੀਆਂ 2 ਨੇ ਪਰ ਦੋਵਾਂ ਗੋਦੀਆਂ ਦੇ ਵਿੱਚ ਮੈਂ ਖੇਡਾਂਗਾ, ਕਿਵੇਂ ਹੋ ਸਕਦਾ ਹੈ? ਉਦਾਹਰਣ ਫਿਰ ਦਿੱਤੀ ਕਿ ਮਾਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਚੜ੍ਹਦਾ ਹੈ, ਉਹ ਚੰਦਰਮਾ ਗੰਗਾ ਦੇ ਵਿੱਚ ਵੀ ਨਜ਼ਰ ਆਉਂਦਾ ਹੈ, ਉਹ ਜਿਹੜਾ ਚੰਦਰਮਾ ਜਮਨਾ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਤੇ ਮਾਂ ਜੇ ਚੰਦਰਮਾ ਦੋਵਾਂ ਦੇ ਵਿੱਚ ਇੱਕੋ ਸਮੇਂ ਨਜ਼ਰ ਆ ਸਕਦਾ ਹੈ, ਤੇ ਮੈਂ ਦੋਵਾਂ ਦੀਆਂ ਗੋਦਾਂ ਵਿੱਚ ਖੇਡ ਸਕਣਾ। ਹੋ ਸਕਦਾ ਹੈ ਕਿਤੇ ਮਾਤਾ ਗੁਜਰੀ ਜੀ ਬੁਲਾਵੇ ਤੇ ਮੈਂ ਉਹਨਾਂ ਦੇ ਇੱਕ ਸਮੇਂ ਉਹਨਾਂ ਦੇ ਕੋਲ ਨਾ ਜਾਵਾਂ, ਪਰ ਤੂੰ ਭਾਵਨਾ ਨਾਲ ਆਵਾਜ਼ ਮਾਰੀ, ਮੈਂ ਤੇਰੇ ਕੋਲ ਹਰ ਵੇਲੇ ਹੋਵਾਂਗਾ। ਦਿਨੇ ਤੇਰੀ ਗੋਦ 'ਚ, ਰਾਤ ਨੂੰ ਮਾਤਾ ਦੀ ਗੋਦ 'ਚ ਖੇਡਾਂਗਾ। ਉੱਥੇ ਸਮਾਂ ਬੀਤਿਆ,
5 ਸਾਲ ਦੀ ਜਦੋਂ ਆਰਬਲਾ ਹੋਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ, ਉਹਨਾਂ ਦੇ ਨਾਲ ਮਿਲਣੀ ਹੋਈ ਬਾਗ ਦੇ ਵਿੱਚ। ਪਹਿਲੋਂ ਬੇਨਤੀ ਕੀਤੀ, ਬਾਗ ਹਰਿਆ ਹੋ ਗਿਆ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 2 ਕੁ ਮਹੀਨੇ ਉਸ ਧਰਤੀ 'ਤੇ ਰਹੇ ਸਨ। ਉਸ ਤੋਂ ਪਹਿਲੋਂ ਇੱਕ ਘਟਨਾ ਹੋਰ ਹੈ ਕਿ ਜਦੋਂ ਬਾਦਸ਼ਾਹ ਦੇ ਉੱਥੋਂ ਸਵਾਰੀ ਲੰਘ ਕੇ ਜਾਂਦੀ ਹੈ, ਬਾਦਸ਼ਾਹ ਲੰਘ ਕੇ ਗਿਆ ਤੇ ਜਿਹੜੇ ਲੋਕ ਸਨ ਝੁਕ ਕੇ ਸਲਾਮਾਂ ਕਰਦੇ ਨੇ, ਪਰ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦੇ ਨੇ ਕਿ ਸਾਥੀਓ ਦੇਖੋ, ਇਹਨੂੰ ਸਲਾਮ ਝੁਕ ਕੇ ਕਰਨੀ ਨਹੀਂ। ਸਲਾਮ ਤੇ ਨਹੀਂ ਕੀਤੀ, ਸਗੋਂ ਬਾਦਸ਼ਾਹ ਦੇ ਸਵਾਰੀ ਜਦੋਂ ਕੋਲੋਂ ਲੰਘੇ ਤੇ ਉਹਨੂੰ ਹੱਥ ਉੱਤੇ ਨੂੰ ਕਰਕੇ ਚੜਾਇਆ। ਬਾਦਸ਼ਾਹ ਤੇ ਚਲਾ ਗਿਆ, ਬੱਚੇ ਸਮਝ ਗਏ, ਪਰ ਉੱਥੋਂ ਦੇ ਲੋਕਾਂ ਨੇ ਮਾਤਾ ਗੁਜਰੀ ਜੀ ਨੂੰ ਆ ਕੇ ਉਲਾਂਭਾ ਦਿੱਤਾ ਸੀ ਕਿ ਮਾਂ ਮੰਨਿਆ ਕਿ ਤੇਰੇ ਘਰ ਦੇ ਵਿੱਚ ਔਲਾਦ ਕਈ ਸਾਲਾਂ ਤੋਂ ਬਾਅਦ, 3 ਦਹਾਕਿਆਂ ਤੋਂ ਬਾਅਦ ਹੋਈ, ਛੋਟੀ ਗੱਲ ਨਹੀਂ, ਪਰ ਆਪਣੀ ਔਲਾਦ ਨੂੰ ਘੱਟੋ ਘੱਟ ਵਿਗਾੜ ਦੇਣਾ। ਤੇ ਮਾਤਾ ਗੁਜਰੀ ਜੀ ਕਹਿੰਦੇ ਸੀ ਮੇਰੀ ਔਲਾਦ ਨੇ, ਮੇਰੇ ਪੁੱਤਰ ਨੇ ਕੀਤਾ ਕੀ ਭਾਈ? ਕਹਿੰਦੇ ਜੇ ਪਿਆਰ ਕਰਨਾ ਤਾਂ ਬੇਸ਼ੱਕ ਕਰੋ, ਘੱਟੋ ਘੱਟ ਇਹਨੂੰ ਨਮਸਕਾਰ ਕਰਨ ਦੀ ਜਾਂਚ ਤੇ ਸਿਖਾ ਦਿਓ। ਔਰ ਮਾਤਾ ਗੁਜਰੀ ਜੀ ਕਹਿੰਦੇ ਨੇ ਜਾਂਚ ਤੇ ਮੈਂ ਸਿਖਾਈ ਹੈ ਭਾਈ, ਮੇਰਾ ਪੁੱਤਰ ਨਮਸਕਾਰ ਕਰਦਾ ਹੈ ਔਰ ਇੱਕੋ ਦੇ ਚਰਨਾਂ ਵਿੱਚ ਕਰਦਾ ਹੈ। ਤੇ ਜਦੋਂ ਦੱਸਿਆ ਕਿ ਉੱਥੋਂ ਬਾਦਸ਼ਾਹ ਲੰਘਿਆ ਸੀ, ਨਮਸਕਾਰ ਕੀਤੀ ਨਹੀਂ, ਤੇ ਕਹਿੰਦੇ ਚੰਗਾ ਕੀਤਾ ਹੈ। ਔਰ ਇਹ ਚਿੱਠੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਵੀ ਪਹੁੰਚੀ ਸੀ। ਉੱਥੋਂ ਹੁਕਮਨਾਮਾ ਵੀ ਆਇਆ ਸੀ ਕਿ ਗੋਬਿੰਦ ਜੋ ਕੀਆ ਭਲਾ ਕੀਆ। ਮਾਤਾ ਕਹਿੰਦੇ ਇੱਥੇ ਅਸੀਂ ਅਕਲ ਸਿਖਾਈ ਹੈ, ਜਾਚ ਸਿਖਾਈ ਕਿ ਨਮਸਕਾਰ ਕੇਵਲ ਇੱਕੋ ਦੇ ਚਰਨਾਂ ਵਿੱਚ ਕਰਨੀ ਹੈ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ 2 ਕੁ ਮਹੀਨੇ ਸਤਿਗੁਰੂ ਜੀ ਦੇ ਨਾਲ ਰਹੇ, ਉੱਥੋਂ ਪੰਜਾਬ ਨੂੰ ਆ ਗਏ। ਔਰ 2 ਮਹੀਨੇ ਉਹ ਤੇ ਤਕਰੀਬਨ 3 ਕੁ ਸਾਲ ਗੁਰੂ ਸਾਹਿਬ ਜੀ ਇੱਥੇ ਆਨੰਦਪੁਰ ਸਾਹਿਬ ਆਪਣੇ ਗੁਰੂ ਪਿਤਾ ਦੇ ਨਾਲ ਰਹੇ ਸਨ। ਹੁਣ 1 ਸਾਲ ਤੋਂ ਤਕਰੀਬਨ ਬਾਅਦ ਗੁਰੂ ਸਾਹਿਬ ਜੀ ਨੇ 9ਵੇਂ ਪਾਤਸ਼ਾਹ ਜਦੋਂ ਬੁਲਾਇਆ ਹੈ ਕਿ ਗੋਬਿੰਦ ਰਾਏ ਨੂੰ ਨਾਲ ਲੈ ਕੇ ਪਰਿਵਾਰ ਸਮੇਤ ਤੁਸੀਂ ਆਨੰਦਪੁਰ ਸਾਹਿਬ ਹੁਣ ਆ ਜਾਓ। ਉੱਥੋਂ ਦੇ ਜਦੋਂ ਸ਼ਿਵਦੱਤ ਨੂੰ ਪਤਾ ਲੱਗਿਆ ਹੈ ਕਿ ਅੱਜ ਮੇਰੇ ਬਾਲਾ ਪ੍ਰੀਤਮ ਜੀ ਬਾਬਾ ਝਾਤ ਕਹਿਣ ਵਾਲੇ ਇੱਥੋਂ ਚੱਲੇ ਨੇ, ਤੇ ਬਾਬਾ ਸ਼ਿਵਦੱਤ ਜੀ ਜਿਹੜੇ ਨੇ ਬਿਲਕੁਲ ਕੁਝ ਨਹੀਂ ਬੋਲਦੇ, ਖਾਮੋਸ਼ ਹੀ ਨੇ। ਅੱਜ ਰਾਣੇ ਨੂੰ ਪਤਾ ਲੱਗਿਆ ਕਿ ਮਾਂ ਕਹਿਣ ਵਾਲਾ ਹੁਣ ਆਵਾਜ਼ ਮਾਰੇਗਾ ਕਿਵੇਂ। ਉਸ ਰਾਣੇ ਦੀ ਅੱਖਾਂ ਦੇ ਵਿੱਚ ਪਾਣੀ ਸੀ। ਅੱਜ ਪਟਨਾ ਸਾਹਿਬ ਦੇ ਜਿਹੜੇ ਗਲੇ ਗਲੇ ਕਹਿ ਲਈਏ ਕਿ ਕਣ ਕਣ ਰੋ ਰਿਹਾ ਸੀ। ਉੱਥੇ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਉਦੋਂ ਭਾਵੇਂ ਬਾਲਾ ਪ੍ਰੀਤਮ ਹੀ ਕਿਹਾ ਜਾਂਦਾ ਸੀ, ਬਾਬਾ ਸ਼ਿਵਦੱਤ ਦੇ ਕੋਲ ਗਏ ਨੇ ਤੇ ਜਾ ਕੇ ਕਹਿੰਦੇ ਨੇ ਬਾਬਾ ਤੂੰ ਭਾਵਨਾ ਦੇ ਨਾਲ ਇਸੇ ਤਰ੍ਹਾਂ ਰੋਜ਼ ਗੰਗਾ ਦੇ ਕਿਨਾਰੇ ਬਹੀਂ, ਰੋਜ਼ ਚੇਤੇ ਕਰੀ ਤੇ ਸੱਚ ਜਾਣੀ ਮੈਂ ਰੋਜ਼ ਤੈਨੂੰ ਆ ਕੇ ਦਰਸ਼ਨ ਦਿਆਂਗਾ। ਮਾਂ ਨੂੰ ਕਹਿੰਦੇ ਨੇ ਮੈਣੀ ਨੂੰ ਕਿ ਰਾਣੀ ਮਾਂ ਤੂੰ ਦੇਖ ਯਾਦ ਕਰੀ, ਰੋਜ਼ ਤੈਨੂੰ ਦਰਸ਼ਨ ਦਿਆਂਗਾ। ਤੇ ਕਿਵੇਂ? ਪੁੱਛ ਲਿਆ ਕਿਵੇਂ? ਕਹਿੰਦੇ ਪਹਿਲੇ ਦਿਨ ਛੋਲੇ ਪੂੜੀਆਂ ਖਵਾਈਆਂ ਸਨ, ਬਸ ਜਦੋਂ ਚਿੱਤ ਕਰੇ ਮੇਰੇ ਦਰਸ਼ਨ ਕਰਨੇ ਨੇ ਛੋਲੇ ਪੂੜੀਆਂ ਤਿਆਰ ਕਰ ਲਈ। ਇੱਥੇ ਬੱਚਿਆਂ ਨੂੰ ਸਿਖਾਓਗੇ, ਉਹਨਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ। ਉੱਥੇ ਜਦੋਂ ਅੱਜ ਸਤਿਗੁਰੂ ਜੀ ਨੇ ਪਟਨਾ ਸਾਹਿਬ ਦੀ ਉਸ ਧਰਤੀ ਨੂੰ ਛੱਡ ਕੇ ਆਨੰਦਪੁਰ ਸਾਹਿਬ ਆਉਣਾ ਹੈ, ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਕਿ ਗੁਰੂ ਸਾਹਿਬ ਜੀ ਉਦੋਂ ਮੱਧ ਪ੍ਰਦੇਸ਼ ਲੈ ਕੇ ਆ ਗਏ। ਇੱਥੇ ਇੱਕ ਫਕੀਰ ਆਇਆ ਸੀ, ਉਹਨੇ ਆ ਕੇ ਪੁੱਛਿਆ ਕਿ ਦੇਖੋ ਇਹ ਪਟਨਾ ਸਾਹਿਬ ਦੇ ਵਿੱਚ ਅੱਜ ਇੰਨਾ ਸਨਾਟਾ ਕਿਉਂ ਹੈ? ਜਿੰਦੇ ਤੇ ਵੇਖੀਏ ਉਹਦੀ ਅੱਖਾਂ ਭਰੀਆਂ ਹੋਈਆਂ ਨੇ। ਉਸ ਫਕੀਰ ਨੂੰ ਜਵਾਬ ਦਿੱਤਾ ਗਿਆ ਸੀ ਅੱਜ ਪਟਨੇ ਦੀ ਜਿੰਦ ਆਨੰਦਪੁਰ ਸਾਹਿਬ ਨੂੰ ਚੱਲੀ ਹੈ। ਉੱਥੋਂ ਸਤਿਗੁਰੂ ਜੀ ਆਏ ਨੇ ਆਨੰਦਪੁਰ ਸਾਹਿਬ ਨੂੰ। ਜਦੋਂ ਆਉਂਦੇ ਨੇ ਰਾਹ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਪੜਾਅ ਕੀਤਾ, ਔਰ ਦਾਨਾਪੁਰ ਪਿੰਡ ਦਾ ਨਾਂ ਹੈ ਜਿੱਥੇ ਗੁਰੂ ਸਾਹਿਬ ਜੀ ਰੁਕਦੇ ਨੇ। ਉੱਥੇ ਜਮਨੀ ਦੇਵੀ ਮਾਈ ਹੈ ਕਿ ਜਿਹਨੇ ਅੱਜ ਥੋੜ੍ਹੀ ਜਿਹੀ ਖਿਚੜੀ ਬਣਾਈ ਹਾਂਡੀ ਦੇ ਵਿੱਚ, ਔਰ ਅਰਦਾਸ ਕਰਦੇ ਕਿ ਇਹ ਬਾਲਾ ਪ੍ਰੀਤਮ ਕਿਰਪਾ ਕਰੀ, ਅੱਖਾਂ ਦੀ ਜੋਤ ਚਲੀ ਗਈ ਹੈ, ਧੁੰਦਲਾ ਦਿਸਦਾ ਹੈ, ਸਰੀਰ ਜਿਹੜਾ ਢਲ ਚੁੱਕਿਆ ਹੈ,
कि पता नहीं किन्ने को सवास रह गए ने, घट्टो घट्ट सवास निकल तो पहले पूरे आके दर्शन तो दे। सतगुरु जी उत्थे जाके पड़ा करते हैं, कहते माई भुख बड़ी लगी, लिया खिचड़ी। संगत नाल है माई नाले संकुचे कि किन किनू खवावांगी। उत्थे कहते ने गुरु कलगीधर पातशाह जी ने हांडी आप लई, सारिਆਂ ਨੂੰ छकाई पर खिचड़ी फिर भी खत्म नहीं हुई। इत्थे धन गुरु कलगीधर पातशाह जी रहमतां वरताइयां, से जंत भए हरियावले, जिन्हें मेरा सतगुरु देखिया जाए, सारिਆਂ ਨੂੰ हरिया भरिया किया। गुरु साहब जी फिर उतों आनंदपुर साहब ਨੂੰ आउंदे ने और सतगुरु जी कृपा करन, क्योंकि अज प्रकाश दिहाड़ा सी, इस करके प्रकाश तक और बचपन दी कुछ यादां आओ जिहदे नाल साझे कीतियां ने। रागी जथा पहुँच चुकिया है, समय की समाप्ति है, हुईयां भुलां दी खिमा। आओ इतनी सेवा प्रवान करनी जी। वाहिगुरू जी का खालसा, वाहिगुरू जी की फतेह।